नमस्कार दोस्तों, स्वागत है आपका हमारे YouTube चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारा चैनल सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਆਰਟੀਕਲ 352 ਦੇ ਤਹਿਤ ਰਾਸ਼ਟਰਪਤੀ ਦੀਆਂ ਆਪਾਤਕਾਲੀਨ ਸ਼ਕਤੀਆਂ। ਓਨਲੀ ਆਰਟੀਕਲ 352 ਇੱਕ ਹੀ ਆਰਟੀਕਲ ਆਪਾਂ ਪੜਾਂਗੇ 352। ਚੱਲਦੇ ਹਾਂ ਜੀ ਅੱਜ ਦੇ ਆਪਣੇ ਇਸ ਟੌਪਿਕ ਤੇ। ਹਾਂਜੀ, ਕੁਝ ਇੰਪੋਰਟੈਂਟ ਫੈਕਟ ਜਿਹੜੇ ਤੁਸੀਂ ਧਿਆਨ 'ਚ ਰੱਖਣੇ ਆ। ਸੰਵਿਧਾਨ ਦਾ ਭਾਗ ਜਿਹੜਾ 18 ਹੈ ਉਹਦੇ ਵਿੱਚ ਆਰਟੀਕਲ 352 ਤੋਂ ਲੈ ਕੇ 360 ਤੱਕ ਐਮਰਜੈਂਸੀ ਦੀ ਜਿਹੜੀ ਪਾਵਰਾਂ ਸ਼ਕਤੀਆਂ ਉਹਦਾ ਵਿਵਸਥਾ ਕੀਤੀ ਗਈ ਹੈ, ਉਹਦਾ ਜ਼ਿਕਰ ਕੀਤਾ ਗਿਆ। ਇਹ ਵਿਵਸਥਾ ਭਾਰਤੀ ਸੰਵਿਧਾਨ ਦੇ ਵਿੱਚ ਜਰਮਨੀ ਦੇ ਸੰਵਿਧਾਨ ਤੋਂ ਜਿਹੜੀ ਉਹ ਲਈ ਗਈ ਹੈ। ਇਹ ਵੈਰੀ ਇੰਪੋਰਟੈਂਟ ਫੈਕਟ ਹੈ, ਬਹੁਤ ਸਾਰੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਵੀ ਆਪਾਤਕਾਲੀਨ ਸ਼ਕਤੀਆਂ ਭਾਰਤੀ ਸੰਵਿਧਾਨ ਦੇ ਵਿੱਚ ਉਹ ਕਿਸ ਦੇਸ਼ ਤੋਂ ਲਈਆਂ ਗਈਆਂ ਹਨ, ਤਾਂ ਰਾਈਟ ਆਨਸਰ ਬਣੇਗਾ ਜਰਮਨੀ। ਇਹ ਜਿਹੜੀ ਵਿਵਸਥਾ ਹੈ ਕੇਂਦਰ ਨੂੰ ਅਸਾਧਾਰਨ ਸਥਿਤੀਆਂ ਦੇ ਨਾਲ ਪ੍ਰਭਾਵਸ਼ਾਲੀ ਢੰਗ ਦੇ ਨਾਲ ਨਜਿੱਠਣ ਦੇ ਵਿੱਚ ਜਿਹੜੀ ਉਹ ਮਦਦ ਕਰਦੀ ਹੈ ਤੇ ਯੋਗ ਬਣਾਉਂਦੀ ਹੈ। ਸੰਵਿਧਾਨ ਦੇ ਵਿੱਚ ਇਹਨਾਂ ਵਿਵਸਥਾਵਾਂ ਨੂੰ ਜੋੜਨ ਦਾ ਇੱਕਮਾਤਰ ਉਦੇਸ਼ ਜਿਹੜਾ ਉਹ ਹੈ ਦੇਸ਼ ਦੀ ਪ੍ਰਭੂਸੱਤਾ, ਏਕਤਾ, ਅਖੰਡਤਾ, ਲੋਕਤੰਤਰਿਕ ਰਾਜਨੀਤਿਕ ਪ੍ਰਣਾਲੀ ਤੇ ਸੰਵਿਧਾਨ ਦੀ ਰੱਖਿਆ ਕਰਨਾ। ਇਹਨਾਂ ਸਾਰੇ ਉਦੇਸ਼ਾਂ ਦੇ ਲਈ ਸੰਵਿਧਾਨ ਦੇ ਵਿੱਚ ਭਾਗ 18 ਆਰਟੀਕਲ 352 ਤੋਂ ਲੈ ਕੇ 360 ਤੱਕ ਐਮਰਜੈਂਸੀ ਪਾਵਰ ਦੀ ਵਿਵਸਥਾ ਕੀਤੀ ਗਈ ਹੈ। ਐਮਰਜੈਂਸੀ ਦੀ ਸਥਿਤੀ ਦੇ ਵਿੱਚ ਜਿਹੜੀ ਕੇਂਦਰੀ ਸਰਕਾਰ ਹੈ ਉਹ ਸਰਵ ਸ਼ਕਤੀਮਾਨ ਬਣ ਜਾਂਦੀ ਹੈ ਤੇ ਦੇਸ਼ ਦੇ ਜਿੰਨੇ ਵੀ ਰਾਜ ਹੈਗੇ ਆ ਉਹਦੇ ਉੱਪਰ ਕੇਂਦਰ ਸਰਕਾਰ ਦਾ ਕੰਟਰੋਲ ਆ ਜਾਂਦਾ ਹੈ। ਠੀਕ ਹੈ ਜੀ, ਯਾਨੀ ਕਿ ਕੇਂਦਰ ਹੈ ਉਹ ਸਮੁੱਚੇ ਭਾਰਤ ਤੇ ਪੂਰੀ ਤਰ੍ਹਾਂ ਉਹਨੂੰ ਆਪਣੇ ਕੰਟਰੋਲ ਵਿੱਚ ਲੈ ਲੈਂਦੀ ਹੈ। ਇਹ ਸਾਰੇ ਫੈਕਟ ਇੰਪੋਰਟੈਂਟ ਹੈ ਜੀ, ਇਹ ਤੁਸੀਂ ਧਿਆਨ 'ਚ ਰੱਖਣੇ ਹੈ ਜੀ। ਭਾਰਤੀ ਸੰਵਿਧਾਨ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਐਮਰਜੈਂਸੀਜ਼ ਆ ਜਿਹੜੀਆਂ ਉਹਨਾਂ ਨਿਰਧਾਰਿਤ ਕੀਤੀਆਂ ਗਈਆਂ। ਸਭ ਤੋਂ ਪਹਿਲੀ ਆਪਾਂ ਗੱਲ ਕਰਦੇ ਹਾਂ ਆਰਟੀਕਲ 352, ਜਿਹਦੀ ਆਪਾਂ ਅੱਜ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਪੜਾਂਗੇ। ਆਰਟੀਕਲ 352 ਦੇ ਤਹਿਤ ਠੀਕ ਹੈ ਜੀ, ਇਹਦੇ ਵਿੱਚ ਕੀ ਹੈ, ਜੰਗ, ਬਾਹਰੀ ਹਮਲਾ, ਹਥਿਆਰਬੰਦ ਬਗਾਵਤ ਦੇ ਆਧਾਰ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਜਾ ਸਕਦਾ ਹੈ। ਠੀਕ ਹੈ ਜੀ, ਇਹ ਐਲਾਨ ਹੈ ਜਿਹੜਾ ਦੇਸ਼ ਦਾ ਜਿਹੜਾ ਮੁਖੀ ਹੈ ਰਾਸ਼ਟਰਪਤੀ ਉਹਦੇ ਦੁਆਰਾ ਕੀਤਾ ਜਾਂਦਾ ਹੈ ਤੇ ਸੰਵਿਧਾਨ ਇਸ ਕਿਸਮ ਦੀ ਐਮਰਜੈਂਸੀ ਨੂੰ ਦਰਸਾਉਣ ਦੇ ਲਈ ਸੰਵਿਧਾਨ ਦੇ ਵਿੱਚ ਐਮਰਜੈਂਸੀ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ ਹੈ, ਐਮਰਜੈਂਸੀ ਸ਼ਬਦ ਦੇ ਲਈ ਵਰਤਿਆ ਜਾਂਦਾ ਹੈ। ਠੀਕ ਹੈ ਜੀ, ਤੇ ਦੂਸਰੀ ਐਮਰਜੈਂਸੀ ਹੈ ਆਰਟੀਕਲ 356 ਦੇ ਤਹਿਤ। ਇਹਦੇ ਵਿੱਚ ਕੀ ਹੈ, ਰਾਜਾਂ ਦੀ ਸੰਵਿਧਾਨਕ ਮਸ਼ੀਨਰੀ ਅਸਫਲ ਹੋਣ ਕਾਰਨ ਜਿਹੜਾ ਰਾਸ਼ਟਰਪਤੀ ਸ਼ਾਸਨ ਹੈ ਜਿਹੜਾ ਉਹ ਆਰਟੀਕਲ 356 ਦੇ ਤਹਿਤ ਲਗਾਇਆ ਜਾਂਦਾ ਹੈ। ਤੇ ਆਰਟੀਕਲ 356 ਨੂੰ ਰਾਸ਼ਟਰਪਤੀ ਸ਼ਾਸਨ ਵੀ ਕਿਹਾ ਜਾਂਦਾ ਹੈ। ਇਸ ਨੂੰ ਦੋ ਹੋਰ ਨਾਵਾਂ ਨਾਲ ਜਾਣਿਆ ਜਾਂਦਾ ਹੈ, ਇਸ ਨੂੰ ਸਟੇਟ ਐਮਰਜੈਂਸੀ ਵੀ ਕਿਹਾ ਜਾਂਦਾ ਹੈ ਤੇ ਸੰਵਿਧਾਨਕ ਐਮਰਜੈਂਸੀ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਪਰ ਇੱਕ ਗੱਲ ਧਿਆਨ ਰੱਖਣੀ ਹੈ, ਕੱਲਾ ਐਮਰਜੈਂਸੀ ਸ਼ਬਦ ਇਸ ਦੇ ਲਈ ਨਹੀਂ ਵਰਤਿਆ ਜਾਂਦਾ। ਠੀਕ ਹੈ, ਕੱਲਾ ਐਮਰਜੈਂਸੀ ਸ਼ਬਦ ਹੈ ਜਿਹੜਾ ਉਹ ਨੈਸ਼ਨਲ ਐਮਰਜੈਂਸੀ ਆਰਟੀਕਲ 352 ਲਈ ਵਰਤਿਆ ਜਾਂਦਾ ਹੈ। ਧਿਆਨ 'ਚ ਰੱਖਣਾ। ਭਾਰਤ ਦੀ ਵਿੱਤੀ ਸਥਿਰਤਾ ਤੇ ਕ੍ਰੈਡਿਟ ਦੇ ਲਈ ਖਤਰੇ ਦੇ ਕਾਰਨ ਲਗਾਈ ਗਈ ਐਮਰਜੈਂਸੀ ਨੂੰ ਕੀ ਕਹਿੰਦੇ ਨੇ ਆਪਾਂ, ਵਿੱਤੀ ਐਮਰਜੈਂਸੀ, ਫਾਈਨੈਂਸ਼ੀਅਲ ਐਮਰਜੈਂਸੀ, ਆਰਟੀਕਲ 360 ਕਿਹਾ ਜਾਂਦਾ। ਠੀਕ ਹੈ, ਤਿੰਨ ਤਰ੍ਹਾਂ ਦੀਆਂ ਐਮਰਜੈਂਸੀਆਂ ਦਾ ਜਿਹੜਾ ਜ਼ਿਕਰ ਹੈ ਭਾਰਤੀ ਸੰਵਿਧਾਨ ਦੇ ਵਿੱਚ ਕੀਤਾ ਗਿਆ। ਆਰਟੀਕਲ 360 ਡੀਲਸ ਵਿਦ, ਆਰਟੀਕਲ 360 ਕਿਹਦੇ ਨਾਲ ਸੰਬੰਧਿਤ ਹੈ? ਹਾਂਜੀ, ਆਰਟੀਕਲ 360 ਦਾ ਸੰਬੰਧ ਫਾਈਨੈਂਸ਼ੀਅਲ ਐਮਰਜੈਂਸੀ ਦੇ ਨਾਲ ਹੈ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਅੰਡਰ ਵਿਚ ਆਰਟੀਕਲ ਆਫ ਦੀ ਕਨਸਟੀਟਿਊਸ਼ਨ ਐਮਰਜੈਂਸੀ ਕੈਨ ਬੀ ਡਿਕਲੇਅਰਡ। ਹਾਂਜੀ, ਦੱਸਣਾ ਹੈ ਕਿਸ ਆਰਟੀਕਲ ਦੇ ਤਹਿਤ, ਠੀਕ ਹੈ, ਇਹਨਾਂ ਹੇਠਾਂ ਦਿੱਤੇ ਆਰਟੀਕਲ 'ਚੋਂ ਸੰਵਿਧਾਨਿਕ ਜਿਹੜੀ ਐਮਰਜੈਂਸੀ ਹੈ ਉਹ ਲਗਾਈ ਜਾ ਸਕਦੀ ਹੈ। ਗੱਲ ਹੋ ਰਹੀ ਹੈ ਸੰਵਿਧਾਨਿਕ ਐਮਰਜੈਂਸੀ ਵੀ ਸੰਵਿਧਾਨ ਦੇ ਅਧੀਨ ਹੈ ਜਿਹੜਾ ਉਹ ਸ਼ਾਸਨ ਕਰਨ ਦੇ ਵਿੱਚ ਰਾਜ ਸਰਕਾਰ ਫੇਲ ਹੋ ਚੁੱਕੀ ਹੈ ਤੇ ਉਦੋਂ ਕਨਸਟੀਟਿਊਸ਼ਨਲ ਐਮਰਜੈਂਸੀ ਲਗਾਈ ਜਾਂਦੀ ਹੈ ਆਰਟੀਕਲ 356 ਦੇ ਤਹਿਤ। ਠੀਕ ਹੈ ਜੀ, ਧਿਆਨ ਰੱਖ ਲੈਣਾ। ਵਿਚ ਆਫ ਦੀ ਫੋਲੋਇੰਗ ਇਜ਼ ਆਰ, ਦੱਸਣਾ ਇਹਨਾਂ ਵਿੱਚੋਂ ਕਿਹੜਾ ਠੀਕ ਹੈ। ਪਾਰਟ 20 ਡੀਲਸ ਵਿਦ ਦੀ ਐਮਰਜੈਂਸੀ ਪ੍ਰੋਵੀਜ਼ਨ, ਭਾਗ ਜਿਹੜਾ 20 ਆ ਉਹ ਆਪਾਤਕਾਲੀਨ ਵਿਵਸਥਾ ਨਾਲ ਸੰਬੰਧਿਤ ਹੈ। ਇਹ ਗਲਤ ਹੋ ਗਿਆ ਜੀ, ਕਿਉਂਕਿ ਪਾਰਟ 18 ਹੈ ਜਿਹੜਾ ਉਹ ਬਿਲੋਂਗ ਕਰਦਾ ਹੈ ਐਮਰਜੈਂਸੀ ਪ੍ਰੋਵੀਜ਼ਨ ਦੇ ਨਾਲ। ਐਨ ਐਮਰਜੈਂਸੀ ਕਨਵਰਟ ਦੀ ਫੈਡਰਲ ਸਟਰਕਚਰ ਇਨਟੂ ਆ ਯੂਨਿਟਰੀ ਵਨ ਵਿਦਾਊਟ ਅ ਫਾਰਮਲ ਅਮੈਂਡਮੈਂਟ ਇਨ ਦੀ ਆਫ ਦੀ ਕਨਸਟੀਟਿਊਸ਼ਨ। ਹਾਂਜੀ, ਆਪਾਂ ਦੱਸਣਾ ਹੈ ਵੀ ਜਿਹੜੀ ਆਪਾਤਕਾਲੀਨ ਹੈ ਜਿਹੜੀ ਉਹ ਫੈਡਰਲ ਸਟਰਕਚਰ ਸੰਘੀ ਢਾਂਚੇ ਨੂੰ ਇਕਾਤਮਕ ਢਾਂਚੇ ਦੇ ਵਿੱਚ ਬਦਲ ਦਿੰਦੀ ਹੈ ਬਿਨਾਂ ਸੰਵਿਧਾਨ ਵਿੱਚ ਸੋਧ ਕੀਤੇ ਹੋਏ। ਇਹ ਬਿਲਕੁਲ ਰਾਈਟ ਹੈ, ਕਿਉਂਕਿ ਜਿਹੜੀ ਸੰਘੀ ਸਿਸਟਮ ਹੈ ਉਹਦੇ ਵਿੱਚ ਪਾਵਰ ਦੀ ਡਿਵੀਜ਼ਨ ਹੁੰਦੀ ਹੈ ਸੈਂਟਰ ਤੇ ਸਟੇਟ ਦੇ ਵਿੱਚ, ਪਰ ਜਦੋਂ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਸਾਰੀਆਂ ਪਾਵਰਾਂ ਜਿਹੜੀਆਂ ਹੈਗੀਆਂ ਉਹ ਸੈਂਟਰ ਦੇ ਕੋਲ ਆ ਜਾਂਦੀਆਂ ਤੇ ਇਹਦਾ ਮਤਲਬ ਜਿਹੜਾ ਰਾਈਟ ਆਨਸਰ ਬਣੇਗਾ ਉਹ ਬੀ ਬਣੇਗਾ। ਕੰਸੀਡਰ ਦੀ ਫੋਲੋਇੰਗ ਸਟੇਟਮੈਂਟ ਇਨ ਕੰਟੈਕਸਟ ਐਮਰਜੈਂਸੀ ਪ੍ਰੋਵੀਜ਼ਨ, ਐਮਰਜੈਂਸੀ ਪ੍ਰੋਵੀਜ਼ਨ ਦੇ ਸੰਦਰਭ ਦੇ ਵਿੱਚ ਲਿਖੀਆਂ ਸਟੇਟਮੈਂਟ ਨੂੰ ਆਪਾਂ ਵਿਚਾਰਨਾ ਹੈ ਤੇ ਵਿਚ ਆਫ ਦੀ ਸਟੇਟਮੈਂਟ ਗਿਵਨ ਅਬਵ ਇਜ਼ ਆਰ ਕਰੈਕਟ। ਦੱਸਣਾ ਵੀ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਆ ਉਹ ਕਰੈਕਟ ਹੈ। ਐਮਰਜੈਂਸੀ ਡਿਊ ਟੂ ਵਾਰ, ਐਕਸਟਰਨਲ ਐਗਰੈਸ਼ਨ, ਆਰਮਡ ਰਿਬੇਲੀਅਨ ਦੈਟ ਪਾਪੂਲਰਲੀ ਨੋਨ ਐਜ਼ ਨੈਸ਼ਨਲ ਐਮਰਜੈਂਸੀ ਕਮ ਅੰਡਰ ਆਰਟੀਕਲ 356। ਦੱਸਣਾ ਵੀ ਯੁੱਧ ਦੇ ਕਾਰਨ, ਬਾਹਰੀ ਹਮਲਿਆਂ ਦੇ ਕਾਰਨ ਜਾਂ ਹਥਿਆਰਬੰਦ ਬਗਾਵਤਾਂ ਦੇ ਕਾਰਨ ਜਿਹੜੀ ਜਿਸ ਨੂੰ ਕਿ ਆਪਾਂ ਰਾਸ਼ਟਰੀ ਐਮਰਜੈਂਸੀ ਕਹਿੰਦੇ ਹਾਂ ਉਹ ਆਰਟੀਕਲ 356 ਦੇ ਤਹਿਤ ਹੁੰਦੀ ਹੈ। ਰਾਈਟ, ਇਹ ਗਲਤ ਹੋ ਗਿਆ ਜੀ, ਕਿਉਂਕਿ 352 ਦੇ ਤਹਿਤ ਹੁੰਦੀ ਹੈ। ਠੀਕ ਹੈ ਜੀ। ਐਨ ਐਮਰਜੈਂਸੀ ਡਿਊ ਟੂ ਦੀ ਫੇਲੀਅਰ ਆਫ ਦੀ ਕਨਸਟੀਟਿਊਸ਼ਨਲ ਮਸ਼ੀਨਰੀ ਇਨ ਦੀ ਸਟੇਟ ਕਮਸ ਅੰਡਰ ਆਰਟੀਕਲ 360। ਸੰਵਿਧਾਨਕ ਮਸ਼ੀਨਰੀ ਫੇਲ ਹੋ ਜਾਣ ਤੇ ਜਿਹੜੀ ਐਮਰਜੈਂਸੀ ਲਗਾਈ ਜਾਂਦੀ ਉਹ ਆਰਟੀਕਲ 360 ਦੇ ਤਹਿਤ ਲਗਾਈ ਜਾਂਦੀ ਹੈ। ਇਹ ਵੀ ਗਲਤ ਹੋ ਗਿਆ ਜੀ, ਕਿਉਂਕਿ ਇਹ 356 ਦੇ ਤਹਿਤ ਲਗਾਈ ਜਾਂਦੀ ਹੈ। ਠੀਕ ਹੈ ਜੀ, ਤੇ ਜਿਹੜੀ ਇਹ ਹੈਗੀ ਹੈ ਇਹ 352 ਦੇ ਤਹਿਤ ਲਗਾਈ ਜਾਂਦੀ ਹੈ। Financial emergency due to threat to the financial stability or credit of India that properly known as present rule in the country comes under article 352। ਇਹਦੀ ਜਿਹੜੀ ਵਿੱਤੀ ਐਮਰਜੈਂਸੀ ਹੈ ਜੋ ਕਿ ਕਾਰਨ ਬਣਦੀ ਹੈ ਵਿੱਤੀ ਸਥਿਰਤਾ ਅਤੇ ਭਾਰਤ ਦੀ ਕ੍ਰੈਡਿਟ ਦੇ ਖਤਰੇ ਦੇ ਕਾਰਨ, ਇਹਨੂੰ ਜਾਣਿਆ ਜਾਂਦਾ ਹੈ ਪ੍ਰੈਜ਼ੀਡੈਂਟ ਰੂਲ ਦੇ ਤੌਰ ਤੇ। ਇਹ ਗਲਤ ਹੋ ਗਿਆ ਜੀ, ਇਹਨੂੰ ਪ੍ਰੈਜ਼ੀਡੈਂਟ ਰੂਲ ਨਹੀਂ ਕਹਿੰਦੇਗੇ, ਇਹ ਫਾਈਨੈਂਸ਼ੀਅਲ ਐਮਰਜੈਂਸੀ ਹੁੰਦੀ ਹੈ। ਪ੍ਰੈਜ਼ੀਡੈਂਟ ਰੂਲ ਆ 356 ਦੇ ਤਹਿਤ ਲੱਗਦਾ ਹੈ। ਠੀਕ ਹੈ ਜੀ, ਇਹ ਵੀ ਫਿਰ ਗਲਤ ਹੋ ਗਿਆ। ਇੱਥੇ ਨਾਲੇ ਆਰਟੀਕਲ ਵੀ ਗਲਤ ਦੱਸਿਆ ਹੋਇਆ, ਇੱਥੇ ਆਰਟੀਕਲ 352 ਲਿਖਿਆ ਹੋਇਆ, ਇਹ ਆਰਟੀਕਲ 360 ਦੇ ਤਹਿਤ ਜੇ ਹੁੰਦੀ ਹੈ। ਇਹਦਾ ਮਤਲਬ ਇਹ ਸਾਰੀਆਂ ਗਲਤ ਹੋ ਗਈਆਂ ਤੇ ਇਹਨਾਂ ਵਿੱਚ ਇਹਨਾਂ ਨੇ ਪੁੱਛਿਆ ਕਰੈਕਟ ਤੇ ਕਰੈਕਟ ਕੋਈ ਨਹੀਂ, ਇਹਦਾ ਰਾਈਟ ਆਨਸਰ ਬਣੇਗਾ ਨਨ ਆਫ ਦੀ ਅਬਵ। Suspensions of fundamental rights during the emergency of Indian constitution is borrowed from। ਜਿਹੜੇ ਆਪਾਤਕਾਲੀਨ ਦੇ ਦੌਰਾਨ ਜਿਹੜੀਆਂ ਆਪਣੇ ਮੌਲਿਕ ਅਧਿਕਾਰ ਹੈ ਉਹਨਾਂ ਦਾ ਸਸਪੈਂਸ਼ਨ ਹੈ ਉਹ ਭਾਰਤੀ ਸੰਵਿਧਾਨ ਦੇ ਵਿੱਚੋਂ ਕਿਸ ਦੇਸ਼ ਤੋਂ ਲਿਆ ਗਿਆ ਹੈ? ਇਹ ਗੱਲ ਧਿਆਨ ਰੱਖਣੀ ਹੈ। ਜਿਹੜੀਆਂ ਜਿੰਨੇ ਵੀ ਫਾਈਨੈਂਸ਼ੀਅਲ ਐਮਰਜੈਂਸੀ ਦੇ ਨਾਲ ਸੰਬੰਧਿਤ ਪ੍ਰੋਵੀਜ਼ਨ ਹੈ ਉਹ ਆਪਾਂ ਜਰਮਨੀ ਦੇ ਸੰਵਿਧਾਨ ਤੋਂ ਲਿੱਤੀਆਂ। ਠੀਕ ਹੈ, ਚਾਹੇ ਉਹ ਰਾਸ਼ਟਰਪਤੀ ਦੀਆਂ ਤਿੰਨੇ ਪਾਵਰਾਂ ਹੋਣ, ਚਾਹੇ ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਹੋ। ਠੀਕ ਹੈ, ਰਾਈਟ ਆਨਸਰ ਬਣੇਗਾ ਵੈਮਾਰ ਕਨਸਟੀਟਿਊਸ਼ਨ ਆਫ ਜਰਮਨੀ। ਠੀਕ ਹੈ ਜੀ, ਇਹ ਧਿਆਨ ਰੱਖਣਾ। ਐਮਰਜੈਂਸੀ ਇਨ ਅ ਸਟੇਟ ਇਜ਼ ਡਿਕਲੇਅਰਡ, ਇੱਕ ਰਾਜ ਦੇ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਜਾਂਦੀ ਹੈ ਇਫ देयर इज अ ਕੰਪਲੀਟ ਬ੍ਰੇਕਡਾਊਨ ਆਫ ਐਡਮਿਨਿਸਟ੍ਰੇਟਿਵ ਮਸ਼ੀਨਰੀ ਇਨ ਅ
in the state or if the government of the state cannot be carried on its accordance with the provision of the constitution under ਇੱਕ ਰਾਜ ਦੇ ਵਿੱਚ ਸੰਵਿਧਾਨਿਕ ਰਾਜ ਦੇ ਵਿੱਚ ਇੱਕ ਐਮਰਜੈਂਸੀ ਦੀ ਘੋਸ਼ਣਾ ਕੀਤੀ ਜਾਂਦੀ ਹੈ ਜੇਕਰ ਉਸ ਰਾਜ ਦੀ ਜਿਹੜੀ ਪ੍ਰਸ਼ਾਸਨਿਕ ਮਸ਼ੀਨਰੀ ਫੇਲ ਹੋ ਜਾਵੇ ਜਾਂ ਉਸ ਰਾਜ ਦੇ ਵਿੱਚ ਸੰਵਿਧਾਨ ਦੇ ਵਿਵਸਥਾਵਾਂ ਦੇ ਅਨੁਸਾਰ ਜਿਹੜਾ ਉਹ ਸ਼ਾਸਨ ਨਾ ਕੀਤਾ ਜਾਵੇ ਇਹ ਕਿਸ ਅੰਡਰ ਆਰਟੀਕਲ ਦੇ ਤਹਿਤ ਐਮਰਜੈਂਸੀ ਲਗਾਈ ਜਾਂਦੀ ਹੈ ਸਟੇਟ ਦੇ ਵਿੱਚ ਇਹਦਾ ਰਾਈਟ ਆਨਸਰ ਬਣੇਗਾ ਆਰਟੀਕਲ 356 which part of the constitution contain the emergency provision ਦੱਸਣਾ ਹੈ ਕਿ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਐਮਰਜੈਂਸੀ ਪ੍ਰੋਵੀਜ਼ਨ ਹੈ ਜਿਹੜੀ ਉਹ ਹੈ ਸ਼ਾਮਲ ਹੈ ਇਹ ਭਾਗ 18 ਦੇ ਵਿੱਚ ਸ਼ਾਮਲ ਹੈ ਠੀਕ ਹੈ ਜੀ ਧਿਆਨ ਚ ਰੱਖਣਾ ਹਾਊ ਮੈਨੀ ਟਾਈਪਸ ਆਫ ਐਮਰਜੈਂਸੀਜ਼ ਹੈਵ ਬੀਨ ਇਨਵੇਜ਼ਡ ਬਾਈ ਦੀ ਕਨਸਟੀਟਿਊਸ਼ਨ ਕਿੰਨੇ ਕਿਸਮ ਦੀ ਜਿਹੜੀ ਐਮਰਜੈਂਸੀ ਹੈ ਉਹ ਸੰਵਿਧਾਨ ਦੇ ਵਿੱਚ ਹੈ ਉਹ ਤਿੰਨ ਪ੍ਰਕਾਰ ਦੀ ਐਮਰਜੈਂਸੀ ਹੈ ਆਰਟੀਕਲ 352 ਜਿਹਨੂੰ ਆਪਾਂ ਨੈਸ਼ਨਲ ਐਮਰਜੈਂਸੀ ਕਹਿ ਦਿੰਦੇ ਹਾਂ ਆਰਟੀਕਲ 356 ਜਿਸ ਨੂੰ ਆਪਾਂ ਪ੍ਰੈਜ਼ੀਡੈਂਸ਼ੀਅਲ ਐਮਰਜੈਂਸੀ ਕਹਿ ਦਿੰਦੇ ਹਾਂ ਜਾਂ ਸਟੇਟ ਐਮਰਜੈਂਸੀ ਕਹਿ ਦਿੰਦੇ ਹਾਂ ਤੇ 360 ਜਿਹਨੂੰ ਆਪਾਂ ਫਾਈਨੈਂਸ਼ੀਅਲ ਐਮਰਜੈਂਸੀ ਕਹਿ ਦਿੰਦੇ ਹਾਂ ਠੀਕ ਹੈ ਜੀ ਧਿਆਨ ਚ ਰੱਖਣਾ ਹਾਂਜੀ ਅੱਜ ਆਪਣਾ ਜਿਹੜਾ ਮੇਨ ਟੌਪਿਕ ਹੈ ਉਹ ਹੈ ਨੈਸ਼ਨਲ ਐਮਰਜੈਂਸੀ ਆਰਟੀਕਲ 352 ਠੀਕ ਹੈ ਜੀ ਇਸ ਦੀ ਆਪਾਂ ਪੂਰੀ ਡਿਟੇਲ ਨਾਲ ਪੜਾਂਗੇ ਹਾਂਜੀ ਸਭ ਤੋਂ ਪਹਿਲਾਂ ਹੈ ਜੀ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਦਾ ਆਧਾਰ ਠੀਕ ਹੈ ਜੀ ਆਰਟੀਕਲ 352 ਦੇ ਤਹਿਤ ਰਾਸ਼ਟਰਪਤੀ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕਰ ਸਕਦਾ ਹੈ ਜਦੋਂ ਭਾਰਤ ਜਾਂ ਭਾਰਤ ਦੇ ਕਿਸੇ ਹਿੱਸੇ ਦੀ ਸੁਰੱਖਿਆ ਨੂੰ ਜੰਗ ਬਾਹਰੀ ਹਮਲੇ ਹਥਿਆਰਬੰਦ ਬਗਾਵਤ ਦਾ ਖਤਰਾ ਹੋਵੇ ਧਿਆਨ ਰੱਖਣਾ ਹੈ ਭਾਰਤ ਜਾਂ ਭਾਰਤ ਦੇ ਕਿਸੇ ਹਿੱਸੇ ਨੂੰ ਸੁਰੱਖਿਆ ਦਾ ਖਤਰਾ ਹੈ ਜੰਗ ਤੋਂ ਬਾਹਰੀ ਹਮਲੇ ਤੋਂ ਹਥਿਆਰਬੰਦ ਬਗਾਵਤ ਤੋਂ ਇਹਨਾਂ ਤਿੰਨਾਂ ਕਾਰਨਾਂ ਕਰਕੇ ਜਿਹੜੀ ਉਹ ਨੈਸ਼ਨਲ ਐਮਰਜੈਂਸੀ ਲਗਾਈ ਜਾ ਸਕਦੀ ਹੈ ਰਾਸ਼ਟਰਪਤੀ ਜੰਗ ਹਥਿਆਰਬੰਦ ਬਗਾਵਤ ਜਾਂ ਬਾਹਰੀ ਹਮਲੇ ਦੀ ਘਟਨਾ ਹੋਣ ਤੋਂ ਪਹਿਲਾਂ ਵੀ ਜਿਹੜਾ ਹੈ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਸਕਦਾ ਹੈ ਠੀਕ ਹੈ ਜੀ ਧਿਆਨ ਚ ਰੱਖ ਲੈਣਾ ਜਦੋਂ ਜੰਗ ਜਾਂ ਬਾਹਰੀ ਹਮਲੇ ਦੇ ਆਧਾਰ ਤੇ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਜਾਂਦੀ ਹੈ ਤਾਂ ਇਸ ਨੂੰ ਬਾਹਰੀ ਐਮਰਜੈਂਸੀ ਕਿਹਾ ਜਾਂਦਾ ਹੈ ਜਦੋਂ ਹਥਿਆਰਬੰਦ ਬਗਾਵਤ ਦੇ ਨਾਲ ਇਹ ਘੋਸ਼ਣਾ ਕੀਤੀ ਜਾਂਦੀ ਹੈ ਤਾਂ ਇਸ ਨੂੰ ਅੰਦਰੂਨੀ ਐਮਰਜੈਂਸੀ ਜਿਹੜਾ ਕਿਹਾ ਜਾਂਦਾ ਹੈ ਇਹ ਸਾਰੇ ਫੈਕਟ ਇੰਪੋਰਟੈਂਟ ਹੈ ਧਿਆਨ ਚ ਰੱਖਣੇ ਹਾਂਜੀ ਹਥਿਆਰਬੰਦ ਜਿਹੜਾ ਬਗਾਵਤ ਹੈ ਜਿਹਨੂੰ ਆਰਮਡ ਰਿਬੇਲੀਅਨ ਕਹਿ ਦਿੰਦੇ ਆ ਇਹ ਆਰਟੀਕਲ 44 ਜਿਹੜੀ ਸੋਧ ਹੋਈ ਸੀ 44ਵੀਂ ਸੋਧ 1978 ਉਹਦੇ ਤਹਿਤ ਇਸ ਨੂੰ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਆਰਮਡ ਰਿਬੇਲੀਅਨ ਨੂੰ ਇਸ ਤੋਂ ਪਹਿਲਾਂ ਆਰਮਡ ਰਿਬੇਲੀਅਨ ਨੂੰ ਇੰਟਰਨਲ ਡਿਸਟਰਬੈਂਸ ਵਜੋਂ ਜਾਣਿਆ ਜਾਂਦਾ ਸੀ ਅੰਦਰੂਨੀ ਗੜਬੜ ਦੇ ਤੌਰ ਤੇ ਜਾਣਿਆ ਜਾਂਦਾ ਸੀ ਠੀਕ ਹੈ ਜੀ ਬਾਅਦ ਵਿੱਚ 44ਵੀਂ ਸੋਧ 1978 ਦੇ ਵਿੱਚ ਇਸ ਨੂੰ ਆਰਮਡ ਰਿਬੇਲੀਅਨ ਜਿਹੜਾ ਇਸ ਸ਼ਬਦ ਦੀ ਵਰਤੋਂ ਕੀਤੀ ਜਾਣ ਲੱਗੀ ਇਸ ਲਈ ਅੰਦਰੂਨੀ ਗੜਬੜੀ ਦੇ ਆਧਾਰ ਤੇ ਜਾਣੀ ਕਿ ਇੰਟਰਨਲ ਡਿਸਟਰਬੈਂਸ ਦੇ ਆਧਾਰ ਤੇ ਹੁਣ ਐਮਰਜੈਂਸੀ ਦਾ ਐਲਾਨ ਕਰਨਾ ਸੰਭਵ ਨਹੀਂ ਜਿਵੇਂ ਕਿ 1975 ਦੇ ਵਿੱਚ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੁਆਰਾ ਕੀਤਾ ਗਿਆ ਸੀ ਹੁਣ ਕੀ ਹੈ ਵੀ ਜੇ ਦੇਸ਼ ਦੇ ਵਿੱਚ ਕੁਝ ਲੋਕ ਹਥਿਆਰ ਚੱਕ ਲੈਣ ਸਿਪਾਹੀ ਸੈਨਿਕ ਹਥਿਆਰ ਚੱਕ ਲੈਣ ਤਦ ਹੀ ਦੇਸ਼ ਦੇ ਵਿੱਚ ਨੈਸ਼ਨਲ ਐਮਰਜੈਂਸੀ ਲਗਾਈ ਜਾ ਸਕਦੀ ਹੈ ਜੇਕਰ ਲੋਕ ਸ਼ਾਂਤਮਈ ਕਿਸੇ ਗੱਲ ਕਰਕੇ ਸਰਕਾਰ ਦਾ ਵਿਰੋਧ ਕਰ ਰਹੇ ਆ ਪ੍ਰੋਟੈਸਟ ਕਰ ਰਹੇ ਆ ਤਾਂ ਨੈਸ਼ਨਲ ਐਮਰਜੈਂਸੀ ਨਹੀਂ ਲਗਾਈ ਜਾ ਸਕਦੀ ਜਦਕਿ ਇੰਦਰਾ ਗਾਂਧੀ ਦੀ ਸਰਕਾਰ ਨੇ 1975 ਦੇ ਵਿੱਚ ਜਦੋਂ ਸ਼ਾਂਤਮਈ ਵਿਰੋਧੀ ਧਿਰ ਦੇ ਲੋਕ ਕਰ ਰਹੇ ਸੀ ਉਦੋਂ ਨੈਸ਼ਨਲ ਐਮਰਜੈਂਸੀ ਲਗਾ ਦਿੱਤੀ ਸੀ ਇਹਨੂੰ ਆਪਾਂ ਇੰਟਰਨਲ ਡਿਸਟਰਬੈਂਸ ਕਹਿੰਦੇ ਸੀ ਅੱਜ ਇੰਟਰਨਲ ਡਿਸਟਰਬੈਂਸ ਦੇ ਆਧਾਰ ਤੇ ਜਿਹੜੀ ਨੈਸ਼ਨਲ ਐਮਰਜੈਂਸੀ ਨਹੀਂ ਲਗਾਈ ਜਾ ਸਕਦੀ ਕਿਉਂਕਿ ਇਹਦੀ ਜਿਹੜੀ ਪ੍ਰੋਵੀਜ਼ਨ ਹੈ 1978 ਦੇ ਵਿੱਚ 44ਵੀਂ ਸੋਧ ਦੇ ਰਾਹੀਂ ਕੀਤੀ ਗਈ ਹੈ ਇੰਟਰਨਲ ਡਿਸਟਰਬੈਂਸ ਸ਼ਬਦ ਨੂੰ ਆਪਾਤਕਾਲੀਨ ਐਮਰਜੈਂਸੀ ਦੇ ਵਿੱਚੋਂ ਹਟਾ ਕੇ ਉਹਦੀ ਜਗ੍ਹਾ ਤੇ ਆਰਮਡ ਰਿਬੇਲੀਅਨ ਸ਼ਬਦ ਜਿਹੜਾ ਉਹ ਯੂਜ਼ ਕੀਤਾ ਗਿਆ ਉਦਾਹਰਨ ਜੀ ਧਿਆਨ ਦੇਣੀ ਹੈ ਕਹਿੰਦੇ ਜੇਕਰ ਭਾਰਤ ਵੱਲੋਂ ਕਿਸੇ ਗਵਾਂਢੀ ਦੇਸ਼ ਜਾਂ ਕਿਸੇ ਹੋਰ ਦੇਸ਼ ਦੇ ਵਿਰੁੱਧ ਜੰਗ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਰਾਸ਼ਟਰਪਤੀ ਬਾਹਰੀ ਐਮਰਜੈਂਸੀ ਦਾ ਐਲਾਨ ਕਰ ਸਕਦਾ ਹੈ ਠੀਕ ਹੈ ਜੀ ਇਹ ਬਾਹਰੀ ਐਮਰਜੈਂਸੀ ਦੀ ਉਦਾਹਰਨ ਹੈ ਹਾਂਜੀ ਜੇਕਰ ਫੌਜ ਪੁਲਿਸ ਜਾਂ ਕੋਈ ਹੋਰ ਸੰਗਠਨ ਸਰਕਾਰ ਦੇ ਵਿਰੁੱਧ ਬਗਾਵਤ ਕਰਦਾ ਹੈ ਪਰ ਬਗਾਵਤ ਸਪਸ਼ਟ ਤੌਰ ਤੇ ਹਥਿਆਰਬੰਦ ਹੈ ਵੀ ਉਹਨਾਂ ਨੇ ਹਥਿਆਰ ਚੱਕ ਲਏ ਤਾਂ ਇਸ ਬਗਾਵਤ ਨੂੰ ਹਥਿਆਰਬੰਦ ਬਗਾਵਤ ਦੀ ਸ਼੍ਰੇਣੀ ਵਜੋਂ ਲਿਆ ਜਾਏਗਾ ਤੇ ਐਮਰਜੈਂਸੀ ਦੀ ਜਿਹੜੀ ਜਦੋਂ ਇਹ ਘੋਸ਼ਣਾ ਕੀਤੀ ਜਾਏਗੀ ਤਾਂ ਇਸ ਨੂੰ ਅੰਦਰੂਨੀ ਐਮਰਜੈਂਸੀ ਕਿਹਾ ਜਾਏਗਾ ਠੀਕ ਹੈ ਜੀ ਧਿਆਨ ਰੱਖ ਲੈਣਾ ਨੋਟ ਕੀ ਕਰਨਾ ਜਿਹੜੀ ਗੱਲ ਨੋਟ ਕਰਨ ਵਾਲੀ ਹੈ ਰਾਸ਼ਟਰਪਤੀ ਹੈ ਜਿਹੜਾ ਕੈਬਨਿਟ ਦੀ ਲਿਖਤੀ ਸਿਫਾਰਿਸ਼ ਪ੍ਰਾਪਤ ਕਰਨ ਤੋਂ ਬਾਅਦ ਹੀ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਸਕਦਾ ਹੈ ਠੀਕ ਹੈ ਧਿਆਨ ਰੱਖਣਾ ਕੈਬਨਿਟ ਦੀ ਲਿਖਤੀ ਸਿਫਾਰਿਸ਼ ਤੋਂ ਬਾਅਦ ਹੀ ਰਾਸ਼ਟਰਪਤੀ ਜਿਹੜਾ ਉਹ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਕਰ ਸਕਦਾ ਹੈ ਇਸ ਦਾ ਮਤਲਬ ਇਹ ਹੈ ਕਿ ਐਮਰਜੈਂਸੀ ਦਾ ਜਿਹੜਾ ਐਲਾਨ ਹੈ ਸਿਰਫ ਮੰਤਰੀ ਮੰਡਲ ਦੀ ਸਹਿਮਤੀ ਨਾਲ ਹੀ ਕੀਤਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਦੀ ਸਲਾਹ ਤੇ ਨਹੀਂ ਜਦਕਿ 1975 ਦੇ ਵਿੱਚ ਅਜਿਹਾ ਹੋਇਆ ਕਿ ਜਿਹੜੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਉਸਨੇ ਰਾਸ਼ਟਰਪਤੀ ਨੂੰ ਐਮਰਜੈਂਸੀ ਲਗਾਉਣ ਦੀ ਜਿਹੜੀ ਸਲਾਹ ਦੇ ਦਿੱਤੀ ਤੇ ਰਾਸ਼ਟਰਪਤੀ ਨੇ ਐਮਰਜੈਂਸੀ ਲਗਾ ਦਿੱਤੀ ਜਦਕਿ ਕੈਬਨਿਟ ਨੂੰ ਅਗਲੇ ਦਿਨ ਇੰਦਰਾ ਗਾਂਧੀ ਦੁਆਰਾ ਜਿਹੜਾ ਉਹ ਦੱਸਿਆ ਜਾਂਦਾ ਬਾਅਦ ਵਿੱਚ ਸੂਚਨਾ ਦਿੱਤੀ ਜਾਂਦੀ ਹੈ ਜਦੋਂ ਨੈਸ਼ਨਲ ਐਮਰਜੈਂਸੀ ਲਾਗੂ ਹੋ ਜਾਂਦੀ ਹੈ ਪਰ ਅੱਜ ਸਥਿਤੀ ਬਿਲਕੁਲ ਉਲਟ ਹੋ ਚੁੱਕੀ ਹੈ 44ਵੀਂ ਸੋਧ 1978 ਦੇ ਵਿੱਚ ਇਹ ਪ੍ਰੋਵੀਜ਼ਨ ਲਿਆਂਦੀ ਗਈ ਹੈ ਕਿ ਜਿਹੜੀ ਨੈਸ਼ਨਲ ਐਮਰਜੈਂਸੀ ਰਾਸ਼ਟਰਪਤੀ ਘੋਸ਼ਿਤ ਕਰੇਗਾ ਸਿਰਫ ਕੈਬਨਿਟ ਦੀ ਸਿਫਾਰਿਸ਼ ਤੇ ਨਾ ਕਿ ਪ੍ਰਧਾਨ ਮੰਤਰੀ ਦੀ ਸਲਾਹ ਤੇ ਹਾਂਜੀ 1975 ਦੇ ਵਿੱਚ ਇੰਦਰਾ ਗਾਂਧੀ ਦੀ ਕੈਬਨਿਟ ਦੀ ਸਲਾਹ ਲਏ ਬਿਨਾਂ ਰਾਸ਼ਟਰਪਤੀ ਨੂੰ ਐਮਰਜੈਂਸੀ ਐਲਾਨ ਕਰਨ ਦੀ ਸਲਾਹ ਦਿੱਤੀ ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਇਸ ਦੀ ਘੋਸ਼ਣਾ ਬਾਰੇ ਕੈਬਨਿਟ ਨੂੰ ਸੂਚਿਤ ਕੀਤਾ ਗਿਆ ਠੀਕ ਹੈ ਜੀ ਧਿਆਨ ਚ ਰੱਖ ਲੈਣਾ ਇਹ ਸਾਰਾ 1975 ਤੱਕ ਦਾ ਇਹ ਸਾਰਾ ਕੁਝ ਚੱਲ ਰਿਹਾ ਸੀ ਪਰ 1978 ਦੇ ਵਿੱਚ ਜਦੋਂ ਜਨਤਾ ਸਰਕਾਰ ਆਉਂਦੀ ਹੈ ਤਾਂ ਬਹੁਤ ਸਾਰੀਆਂ ਇਹਨਾਂ ਪ੍ਰੋਵੀਜ਼ਨਾਂ ਦੇ ਵਿੱਚ ਬਦਲਾਅ ਲਿਆਂਦਾ ਜਾਂਦਾ 44ਵੀਂ ਸੋਧ ਬਾਅਦ 1978 ਦੇ 44ਵੀਂ ਸੋਧ ਐਕਟ ਨੇ ਪ੍ਰਧਾਨ ਮੰਤਰੀ ਦੇ ਇਕੱਲੇ ਠੀਕ ਹੈ ਜੀ ਰਾਸ਼ਟਰੀ ਐਮਰਜੈਂਸੀ ਦੇ ਸੰਬੰਧ ਵਿੱਚ ਫੈਸਲਾ ਲੈਣ ਦੀ ਸ਼ਕਤੀ ਨੂੰ ਜਿਹੜਾ ਖਤਮ ਕਰ ਦਿੱਤਾ ਤੇ ਹੁਣ ਇਹ ਜਿਹੜੀ ਸ਼ਕਤੀ ਹੈ ਜਿਹੜੀ ਪਾਵਰ ਹੈ ਉਹ ਚਲੀ ਗਈ ਕੈਬਨਿਟ ਦੇ ਕੋਲ 1975 ਦੇ 38ਵੀਂ ਸੋਧ ਐਕਟ ਦੇ ਵਿੱਚ ਕੀ ਸੀਗਾ ਜੇ ਰਾਸ਼ਟਰਪਤੀ ਐਮਰਜੈਂਸੀ ਦੀ ਘੋਸ਼ਣਾ ਕਰ ਦਿੰਦਾ ਸੀ ਤਾਂ ਇਸ ਨੂੰ ਨਿਆਇਕ ਸਮੀਖਿਆ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਂਦਾ ਸੀ ਭਾਵ ਇਸ ਨੂੰ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਸੀ ਠੀਕ ਹੈ 1975 ਦੀ 38ਵੀਂ ਸੋਧ ਵਿੱਚ ਇਹ ਪ੍ਰੋਵੀਜ਼ਨ ਕੀਤੀ ਗਈ ਸੀ ਪਰ 44ਵੀਂ ਸੋਧ 1978 ਦੇ ਵਿੱਚ ਹੁਣ ਇਸ ਵਿਵਸਥਾ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ ਜੇ ਦੇਸ਼ ਦੇ ਵਿੱਚ ਨੈਸ਼ਨਲ ਐਮਰਜੈਂਸੀ ਲਗਾਈ ਜਾਂਦੀ ਹੈ ਤਾਂ ਉਸ ਦੇ ਵਿਰੋਧ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆਪਾਂ ਜਾ ਸਕਦੇ ਹਾਂ ਵੀ ਇਹ ਐਮਰਜੈਂਸੀ ਹੈ ਜਿਹੜੀ ਗਲਤ ਤਰੀਕੇ ਨਾਲ ਲਗਾਈ ਗਈ ਹੈ ਕਿਸੇ ਬਾਹਰੀ ਦੇਸ਼ ਦੇ ਪ੍ਰਭਾਵ ਅਧੀਨ ਲਗਾਈ ਗਈ ਹੈ ਜਾਂ ਗੈਰ ਸੰਬੰਧਿਤ ਤੱਥਾਂ ਦੇ ਆਧਾਰ ਤੇ ਲਗਾਈ ਗਈ ਹੈ ਹਾਂਜੀ ਮਿਨਰਵਾ ਮਿਲਸ ਕੇਸ 1980 ਦਾ ਕੇਸ ਹੈ ਇਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਠੀਕ ਹੈ ਜੀ ਇਹਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਠੀਕ ਹੈ 1980 ਦੇ ਵਿੱਚ ਮਿਨਰਵਾ ਮਿਲਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਰਾਸ਼ਟਰੀ ਐਮਰਜੈਂਸੀ ਜਿਹੜੀ ਆਰਟੀਕਲ 352 ਦੇ ਤਹਿਤ ਲੱਗਦੀ ਹੈ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਕਿਸ ਆਧਾਰ ਤੇ ਚੁਣੌਤੀ ਦਿੱਤੀ ਜਾ ਸਕਦੀ ਹੈ ਇਸ ਆਧਾਰ ਤੇ ਚੁਣੌਤੀ ਦਿੱਤੀ ਜਾ ਸਕਦੀ ਹੈ ਕਿ ਇਹ ਬਾਹਰੀ ਪ੍ਰਭਾਵ ਕਿਸੇ ਬਾਹਰੀ ਦੇਸ਼ ਦੇ ਪ੍ਰਭਾਵ ਹੇਠ ਲਗਾਈ ਗਈ ਹੈ ਜਾਂ ਗੈਰ ਸੰਬੰਧਿਤ ਤੱਥਾਂ ਦੇ ਆਧਾਰ ਤੇ ਲਗਾਈ ਗਈ ਹੈ ਇਹਨਾਂ ਦੋਹਾਂ ਤੱਥਾਂ ਦੇ ਆਧਾਰ ਤੇ ਆਪਾਂ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਚੁਣੌਤੀ ਦੇ ਸਕਦੇ ਹਾਂ ਹਾਂਜੀ ਵਿਚ ਆਫ ਦੀ ਫੋਲੋਇੰਗ ਇਜ਼ ਔਰ ਆਰ ਟਰੂ ਦੱਸਣਾ ਹੈ ਹੇਠ ਵਿੱਚੋਂ ਕਿਹੜੇ ਕਥਨ ਸਹੀ ਹਨ when a national emergency is declared on the ground of war external aggression it is known as external emergency ਜਦੋਂ ਯੁੱਧ ਜਾਂ ਬਾਹਰੀ ਹਮਲੇ ਦੇ ਕਰਕੇ ਐਮਰਜੈਂਸੀ ਲਗਾਈ ਜਾਂਦੀ ਹੈ ਤਾਂ ਇਸ ਨੂੰ ਐਕਸਟਰਨਲ ਜਾਂ ਬਾਹਰੀ ਐਮਰਜੈਂਸੀ ਕਿਹਾ ਜਾਂਦਾ ਹੈ ਬਿਲਕੁਲ ਰਾਈਟ ਹੈ when it is declared on the ground of armed rebellion it is known as internal emergency ਜਦੋਂ ਇਸ ਨੂੰ ਹਥਿਆਰਬੰਦ ਬਗਾਵਤ ਦੇ ਆਧਾਰ ਤੇ ਘੋਸ਼ਣਾ ਕੀਤੀ ਜਾਂਦੀ ਹੈ ਨੈਸ਼ਨਲ ਐਮਰਜੈਂਸੀ ਦੀ ਤਾਂ ਇਸ ਨੂੰ ਅੰਦਰੂਨੀ ਐਮਰਜੈਂਸੀ ਕਿਹਾ ਜਾਂਦਾ ਹੈ ਇਹ ਵੀ ਬਿਲਕੁਲ ਰਾਈਟ ਹੈ both are right ਇਹਦਾ ਰਾਈਟ ਆਨਸਰ ਬਣੇਗਾ ਸੀ ਕੰਸੀਡਰ ਦੀ ਫੋਲੋਇੰਗ ਸਟੇਟਮੈਂਟ ਜਿਹੜੀਆਂ ਸਟੇਟਮੈਂਟ ਆ ਉਹ ਕੰਸੀਡਰ ਕਰਨੀ ਹੈ ਇਹਨਾਂ ਚ ਦੱਸਣਾ ਕਿਹੜੀ ਸਟੇਟਮੈਂਟ ਕਰੈਕਟ ਹੈ
हाँ जी 42ਵੀਂ ਜਿਹੜੀ ਸੋਧ 1976 ਦੇ ਵਿੱਚ ਹੋਈ ਸੀ, ਇਹ ਰਾਸ਼ਟਰਪਤੀ ਨੂੰ ਕਹਿੰਦੇ ਇਨੇਬਲਡ ਦੀ ਪ੍ਰੈਜ਼ੀਡੈਂਟ ਆਫ ਲਿੰਕ ਦੀ ਆਪਰੇਸ਼ਨ ਆਫ ਅ ਨੈਸ਼ਨਲ ਐਮਰਜੈਂਸੀ ਟੂ ਅ ਸਪੈਸੀਫਾਈਡ ਪਾਰਟ ਆਫ ਇੰਡੀਆ। ਭਾਰਤ ਦੇ ਕਿਸੇ ਵਿਸ਼ੇਸ਼ ਭਾਗ ਦੇ ਵਿੱਚ ਨੈਸ਼ਨਲ ਐਮਰਜੈਂਸੀ ਨੂੰ ਆਪਰੇਟ ਕਰਨ ਦੀ ਜਿਹੜੀ ਰਾਸ਼ਟਰਪਤੀ ਦੀ ਸੀਮਾ ਹੈ ਉਹਨੂੰ ਲਾਗੂ ਕਰਦੀ ਹੈ। ਬਿਲਕੁਲ ਰਾਈਟ ਹੈ। ਜਿਹੜਾ ਰਾਸ਼ਟਰਪਤੀ ਹੈ ਉਹ ਕਿਸੇ ਦੇਸ਼ ਦੇ ਇੱਕ ਪਾਰਟ ਵਿੱਚ ਵੀ ਨੈਸ਼ਨਲ ਐਮਰਜੈਂਸੀ ਲਗਾ ਸਕਦਾ ਹੈ। ਠੀਕ ਹੈ ਜੀ। 44 ਅਮੈਂਡਮੈਂਟ ਆਫ 1978 ਸਬਸਟੀਟਿਊਟ ਦੀ ਵਰਡ ਆਰਮਡ ਰੈਬੇਲੀਅਨ ਫॉर ਇੰਟਰਨਲ ਡਿਸਟਰਬੈਂਸ। ਹਾਂਜੀ ਜਿਹੜਾ 44ਵੀਂ ਸੋਧ 1978 ਹੈ ਉਹਦੇ ਵਿੱਚ ਜਿਹੜਾ ਸ਼ਬਦ ਸੀਗਾ ਆਰਮਡ ਰੈਬੇਲੀਅਨ ਹਥਿਆਰਬੰਦ ਬਗਾਵਤ, ਉਹ ਇੰਟਰਨਲ ਡਿਸਟਰਬੈਂਸ ਦੀ ਜਗ੍ਹਾ ਤੇ ਵਰਤਿਆ ਗਿਆ। ਇਹ ਵੀ ਬਿਲਕੁਲ ਰਾਈਟ ਹੈ ਜੀ। When a national emergency is declared on the ground of war or external aggression, it is known as external emergency। ਜਦੋਂ ਯੁੱਧ ਜਾਂ ਬਾਹਰੀ ਹਮਲਿਆਂ ਕਰਕੇ ਨੈਸ਼ਨਲ ਐਮਰਜੈਂਸੀ ਲਗਾਈ ਜਾਂਦੀ ਹੈ ਤਾਂ ਇਸ ਨੂੰ ਬਾਹਰੀ ਐਮਰਜੈਂਸੀ ਕਿਹਾ ਜਾਂਦਾ ਹੈ। ਇਹ ਵੀ ਬਿਲਕੁਲ ਰਾਈਟ ਹੈ। When national emergency declared on the ground of armed rebellion, it is known as internal emergency। ਜਦੋਂ ਹਥਿਆਰਬੰਦ, ਠੀਕ ਹੈ ਜੀ, ਹਥਿਆਰਬੰਦ ਬਗਾਵਤ ਦੇ ਵਿਰੋਧ ਦੇ ਵਿੱਚ ਜਦੋਂ ਐਮਰਜੈਂਸੀ ਲਗਾਈ ਜਾਂਦੀ ਹੈ ਤਾਂ ਇਸ ਨੂੰ ਅੰਦਰੂਨੀ ਐਮਰਜੈਂਸੀ ਕਿਹਾ ਜਾਂਦਾ ਹੈ। ਇਹ ਵੀ ਰਾਈਟ ਹੈ। ਠੀਕ ਹੈ ਜੀ, ਧਿਆਨ ਰੱਖਣਾ ਹੈ। ਇਹਦੇ ਵਿੱਚ ਚਾਰ ਕਨਸੈਪਟ ਕਲੀਅਰ ਕੀਤੇ ਗਏ ਹੈ। ਇੰਟਰਨਲ ਐਮਰਜੈਂਸੀ ਕਿਹਨੂੰ ਕਹਿੰਦੇ ਆ, ਐਕਸਟਰਨਲ ਐਮਰਜੈਂਸੀ ਕਿਹਨੂੰ ਕਹਿੰਦੇ ਆ। ਆਰਟੀਕਲ 44 ਹੈ ਜਿਹੜਾ 44 ਅਮੈਂਡਮੈਂਟ ਜਿਹੜੀ ਹੋਈ ਸੀ 1978 ਦੇ ਵਿੱਚ, ਇਹਦੇ ਵਿੱਚ ਆਰਮਡ ਰੈਬੇਲੀਅਨ ਸ਼ਬਦ ਹੁਣ ਯੂਜ਼ ਕੀਤਾ ਜਾਂਦਾ ਹੈ ਇੰਟਰਨਲ ਡਿਸਟਰਬੈਂਸ ਦੀ ਜਗ੍ਹਾ ਤੇ 42ਵੀਂ ਸੋਧ 1976 ਹੈ ਉਹ ਪ੍ਰੈਜ਼ੀਡੈਂਟ ਨੂੰ ਇੱਕ ਪਾਵਰ ਦਿੰਦੀ ਹੈ ਕਿ ਉਹ ਭਾਰਤ ਦੇ ਕਿਸੇ ਇੱਕ ਹਿੱਸੇ ਦੇ ਵਿੱਚ ਵੀ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਕਰ ਸਕਦਾ ਹੈ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ। ਆਲ ਆਫ ਦੀ ਅਬਵ ਆਰ ਰਾਈਟ ਹੈ। ਦੇ ਆਨਸਰ प्रेसिडेंट ऑफ इंडिया कैन डिक्लेयर एमरजेंसी, कहते देश का राष्ट्रपति है वो एमरजेंसी की घोषणा कर सकता है। ये आप पढ़ चुके हैं जी। रिटन रिक्वेस्ट बाय द कैबिनेट हेडेड बाय द प्राइम मिनिस्टर। ठीक है जी, कैबिनेट की जी लिखती बेनती से ही ये राष्ट्रपति है एमरजेंसी की घोषणा कर सकता है। ठीक है जी, ध्यान रखना जी, इंपॉर्टेंट है। अकॉर्डिंग टू विच आर्टिकल नेशनल एमरजेंसी में बी डिक्लेयर्ड बाय द प्रेसिडेंट ऑफ इंडिया। दसना किस आर्टिकल के तहत नेशनल एमरजेंसी राष्ट्रपति द्वारा इसकी घोषणा की जा सकती है। यह है आर्टिकल 352। ठीक है जी, ध्यान रखना। विच वन ऑफ द फॉलोइंग कैन नॉट बी द ग्राउंड फॉर द ਪ੍ਰੋਕਲੇਮੇਸ਼ਨਸ ਆਫ ਐਮਰਜੈਂਸੀ ਅੰਡਰ ਦੀ ਕਨਸਟੀਟਿਊਸ਼ਨ ਆਫ ਇੰਡੀਆ। ਭਾਰਤੀ ਸੰਵਿਧਾਨ ਦੇ ਅਧੀਨ ਜਿਹੜੀ ਐਮਰਜੈਂਸੀ ਹੈ ਉਸ ਦੀ ਘੋਸ਼ਣਾ ਦਾ ਇਹਨਾਂ ਵਿੱਚੋਂ ਇੱਕ ਗਰਾਊਂਡ ਨਹੀਂ ਹੈ। ਹਾਂਜੀ ਯੁੱਧ ਇਹ ਗਰਾਊਂਡ ਹੈ ਆਰਟੀਕਲ 352 ਦਾ। ਐਕਸਟਰਨਲ ਐਗਰੈਸ਼ਨ ਇਹ ਵੀ ਹੈ, ਆਰਮਡ ਰੈਬੇਲੀਅਨ ਇਹ ਵੀ ਹੈ, ਇੰਟਰਨਲ ਡਿਸਟਰਬੈਂਸ ਇਹ ਹੁਣ ਗਰਾਊਂਡ ਨਹੀਂ ਰਿਹਾ। ਇਹਦਾ ਰਾਈਟ ਆਂਸਰ ਬਣੇਗਾ ਡੀ। ਪ੍ਰੈਜ਼ੀਡੈਂਟ ਕੈਨ ਡਿਕਲੇਅਰ ਨੈਸ਼ਨਲ ਐਮਰਜੈਂਸੀ ਔਨ ਦੀ ਬੇਸਿਸ ਆਫ, ਜਿਹੜਾ ਰਾਸ਼ਟਰਪਤੀ ਹੈ ਉਹ ਕਿਸ ਬੇਸਿਸ ਤੇ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਕਰ ਸਕਦਾ ਹੈ ਦੱਸਣਾ ਆਪਾਂ। ਹਾਂਜੀ ਆਰਮਡ ਰੈਬੇਲੀਅਨ ਹਾਂਜੀ ਕਰ ਸਕਦਾ ਹੈ, ਐਕਸਟਰਨਲ ਐਗਰੈਸ਼ਨ ਦੇ ਇਹ ਵੀ ਕਰ ਸਕਦਾ ਹੈ, ਬਾਹਰੀ ਹਮਲੇ ਦੇ, ਵਾਰ ਯੁੱਧ ਨਾਲ ਵੀ ਕਰ ਸਕਦਾ ਹੈ। ਤਾਂ ਰਾਈਟ ਆਂਸਰ ਬਣੇਗਾ ਡੀ, ਆਲ ਆਫ ਦੀ ਮੈਂਸ਼ਨ ਰੀਜ਼ਨ। ਠੀਕ ਹੈ ਜੀ। ਸੰਸਦ ਦੀ ਪ੍ਰਵਾਨਗੀ ਤੇ ਸਮਾਂ ਸੀਮਾ। ਐਮਰਜੈਂਸੀ ਦੀ ਘੋਸ਼ਣਾ ਨੂੰ ਜਾਰੀ ਹੋਣ ਦੇ 1 ਮਹੀਨੇ ਦੇ ਅੰਦਰ ਅੰਦਰ ਸੰਸਦ ਦੇ ਦੋਹਾਂ ਸਦਨਾਂ ਦੁਆਰਾ ਮਨਜ਼ੂਰੀ ਦੇਣੀ ਪੈਂਦੀ ਹੈ। ਠੀਕ ਹੈ, ਧਿਆਨ ਰੱਖਣਾ ਵੀ ਐਮਰਜੈਂਸੀ ਦੀ ਘੋਸ਼ਣਾ ਕਰਤੀ 1 ਜਨਵਰੀ ਨੂੰ ਰਾਸ਼ਟਰਪਤੀ ਨੇ, ਤਾਂ 31 ਜਨਵਰੀ ਯਾਨੀ ਕਿ 1 ਮਹੀਨਾ 30 ਦਿਨ ਮੈਕਸਿਮਮ ਇਹਦੇ ਵਿੱਚ ਜਿਹੜਾ ਹੈ ਸੰਸਦ ਦੇ ਦੋਹਾਂ ਸਦਨਾਂ ਦੁਆਰਾ ਇਸ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ। ਜੇ ਸੰਸਦ ਦੁਆਰਾ ਮਨਜ਼ੂਰੀ ਮਿਲ ਜਾਵੇ ਤਾਂ ਇਹ ਜਿਹੜੀ ਘੋਸ਼ਣਾ ਹੈ ਅਗਲੇ 6 ਮਹੀਨੇ ਤੱਕ ਜਾਰੀ ਰਹੇਗੀ। ਜੇ ਮਨਜ਼ੂਰੀ ਨਹੀਂ ਮਿਲਦੀ ਤਾਂ ਇਹ ਘੋਸ਼ਣਾ ਜਿਹੜੀ ਰੱਦ ਹੋ ਜਾਵੇਗੀ। ਠੀਕ ਹੈ ਜੀ, ਧਿਆਨ ਰੱਖਣਾ। ਸ਼ੁਰੂ ਦੇ ਵਿੱਚ ਇਹ ਮਨਜ਼ੂਰੀ ਦੇਣ ਦਾ ਜਿਹੜਾ ਸਮਾਂ ਹੈ 2 ਮਹੀਨੇ ਸੀ, ਪਰ 44ਵੀਂ ਸੋਧ 1978 ਦੇ ਦੁਆਰਾ ਇਸ 2 ਮਹੀਨੇ ਦੇ ਸਮੇਂ ਨੂੰ ਘਟਾ ਕੇ 1 ਮਹੀਨਾ ਕਰ ਦਿੱਤਾ ਗਿਆ। ਇਹ ਧਿਆਨ ਰੱਖ ਲੈਣਾ ਜੀ, ਬਹੁਤ ਇੰਪੋਰਟੈਂਟ ਫੈਕਟ ਹੈ। ਮੈਕਸਿਮਮ 1 ਮਹੀਨੇ ਦਾ ਸਮਾਂ ਹੈ ਜਿਹਦੇ ਵਿੱਚ ਮਨਜ਼ੂਰੀ ਦੇਣੀ ਹੈ ਸੰਸਦ ਦੇ ਦੋਹਾਂ ਸਦਨਾਂ ਨੇ। ਪਰ ਇਸ 1 ਮਹੀਨੇ ਦੇ ਸਮੇਂ ਦੇ ਵਿੱਚ ਕੁਝ ਅਪਵਾਦ ਹੈ, ਉਹ ਅਪਵਾਦ ਆਪਾਂ ਥੱਲੇ ਪੜਾਂਗੇ। ਮੰਨ ਲਓ ਰਾਸ਼ਟਰਪਤੀ ਨੇ ਐਮਰਜੈਂਸੀ ਦੀ ਘੋਸ਼ਣਾ ਅਜਿਹੇ ਸਮੇਂ ਦੇ ਵਿੱਚ ਕਰ ਦਿੱਤੀ ਜਦੋਂ ਲੋਕ ਸਭਾ ਜਿਹੜਾ ਉਹ ਭੰਗ ਹੈ। ਠੀਕ ਹੈ, ਤਾਂ ਇਹ ਜਿਹੜੀ ਘੋਸ਼ਣਾ ਹੈ ਜਾਰੀ ਰਹੇਗੀ ਜਦੋਂ ਤੱਕ ਲੋਕ ਸਭਾ ਦਾ ਪੁਨਰਗਠਨ ਨਹੀਂ ਹੁੰਦਾ। ਪੁਨਰਗਠਨ ਤੋਂ ਬਾਅਦ ਪਹਿਲੀ ਬੈਠਕ ਹੋਏਗੀ। ਪਹਿਲੀ ਬੈਠਕ ਤੋਂ 30 ਦਿਨ ਗਿਣੇ ਜਾਣਗੇ। 30 ਦਿਨਾਂ ਦੇ ਵਿੱਚ ਇਸ ਨੂੰ ਲੋਕ ਸਭਾ ਦੁਆਰਾ ਪ੍ਰਵਾਨਗੀ ਮਿਲਣੀ ਜ਼ਰੂਰੀ ਹੈ, ਪਰ ਸ਼ਰਤ ਇਹ ਹੈ ਕਿ ਰਾਜ ਸਭਾ ਜਿਹੜੀ ਉਸ ਦੁਆਰਾ ਇਸ ਘੋਸ਼ਣਾ ਨੂੰ ਮਨਜ਼ੂਰੀ ਦਿੱਤੀ ਹੋਵੇ। ਠੀਕ ਹੈ ਜੀ, ਧਿਆਨ ਰੱਖਣਾ। ਹੁਣ ਇੱਥੇ ਜਿਹੜਾ ਸਮਾਂ ਹੈ ਉਹ 1 ਮਹੀਨੇ ਤੋਂ ਵੱਧ ਗਿਆ ਕਿਉਂਕਿ ਲੋਕ ਸਭਾ ਭੰਗ ਸੀ। ਜਦੋਂ ਲੋਕ ਸਭਾ ਦਾ ਪੁਨਰਗਠਨ ਹੋਏਗਾ ਉਹਦੀ ਪਹਿਲੀ ਬੈਠਕ ਹੋਏਗੀ, ਉਸ ਦੀ ਪਹਿਲੀ ਬੈਠਕ ਤੋਂ 30 ਦਿਨ ਦਾ ਜਿਹੜਾ ਸਮਾਂ ਹੈ ਉਹ ਹੋਏਗਾ। 30 ਦਿਨਾਂ ਦੇ ਸਮੇਂ ਦੇ ਵਿੱਚ ਲੋਕ ਸਭਾ ਦੁਆਰਾ ਇਸ ਨੂੰ ਮਨਜ਼ੂਰੀ ਦੇਣੀ ਪਏਗੀ ਇਸ ਘੋਸ਼ਣਾ ਨੂੰ। ਹਾਂਜੀ, ਜਾਂ ਫਿਰ ਰਾਸ਼ਟਰਪਤੀ ਦੁਆਰਾ ਘੋਸ਼ਣਾ ਕਰਨ ਤੋਂ ਕੁਝ ਦਿਨਾਂ ਬਾਅਦ ਲੋਕ ਸਭਾ ਭੰਗ ਹੋ ਜਾਵੇ। ਇਹਦਾ ਮਤਲਬ ਇਹ ਹੈ ਵੀ 1 ਜਨਵਰੀ ਨੂੰ ਰਾਸ਼ਟਰਪਤੀ ਨੇ ਘੋਸ਼ਣਾ ਕਰਤੀ ਤੇ 20 ਜਨਵਰੀ ਨੂੰ ਲੋਕ ਸਭਾ ਭੰਗ ਹੋ ਗਈ। ਠੀਕ ਹੈ ਜੀ, ਪਰ ਲੋਕ ਸਭਾ ਜਦੋਂ ਭੰਗ ਹੋਈ ਉਦੋਂ ਲੋਕ ਸਭਾ ਨੇ ਜਿਹੜੀ ਇਸ ਘੋਸ਼ਣਾ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ, ਤਾਂ ਅਜਿਹੀ ਸਥਿਤੀ ਦੇ ਵਿੱਚ ਵੀ ਸੇਮ ਕੰਡੀਸ਼ਨ ਰਹੇਗੀ। ਜਿੰਨਾ ਚਿਰ ਲੋਕ ਸਭਾ ਦਾ ਪੁਨਰਗਠਨ ਨਹੀਂ ਹੁੰਦਾ, ਪੁਨਰਗਠਨ ਹੋਏਗਾ ਫਿਰ ਉਹਦੀ ਪਹਿਲੀ ਬੈਠਕ ਹੋਏਗੀ। ਪਹਿਲੀ ਬੈਠਕ ਤੋਂ 30 ਦਿਨਾਂ ਦੇ ਸਮੇਂ ਦੇ ਵਿੱਚ ਲੋਕ ਸਭਾ ਦੁਆਰਾ ਇਸ ਨੂੰ ਪਾਸ ਕੀਤਾ ਜਾਣਾ ਜ਼ਰੂਰੀ ਹੈ। ਪਰ ਸ਼ਰਤ ਉਹੀ ਹੈ ਵੀ ਰਾਜ ਸਭਾ ਦੁਆਰਾ ਇਸ ਨੂੰ ਪਹਿਲਾਂ ਹੀ ਜਿਹੜਾ ਹੈ ਮਨਜ਼ੂਰੀ ਮਿਲ ਜਾਣੀ ਚਾਹੀਦੀ ਹੈ। ਜੇ ਰਾਜ ਸਭਾ ਵੱਲੋਂ ਇਸ ਨੂੰ ਮਨਜ਼ੂਰੀ ਨਹੀਂ ਮਿਲਦੀ ਤਾਂ ਇਹ ਫਿਰ ਘੋਸ਼ਣਾ ਰੱਦ ਸਮਝੀ ਜਾਏਗੀ। ਹਾਂਜੀ, ਜੇਕਰ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਨੂੰ ਸੰਸਦ ਦੇ ਦੋਹਾਂ ਸਦਨਾਂ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਐਮਰਜੈਂਸੀ 6 ਮਹੀਨਿਆਂ ਦੇ ਲਈ ਜਾਰੀ ਰਹੇਗੀ। ਠੀਕ ਹੈ ਜੀ, ਧਿਆਨ ਰੱਖਣਾ ਹੈ। ਹਰ 6 ਮਹੀਨੇ ਬਾਅਦ ਸੰਸਦ ਦੀ ਪ੍ਰਵਾਨਗੀ ਨਾਲ ਇਸ ਨੂੰ ਅਣਮਿੱਥੇ ਸਮੇਂ ਦੇ ਲਈ ਵਧਾਇਆ ਜਾ ਸਕਦਾ ਹੈ। ਹਰ 6 ਮਹੀਨੇ ਬਾਅਦ ਜੇ ਪ੍ਰਵਾਨਗੀ ਮਿਲ ਜਾਂਦੀ ਹੈ ਲੋਕ ਸਭਾ ਰਾਜ ਸਭਾ ਦੀ ਤਾਂ ਇਸ ਨੂੰ 6 ਮਹੀਨੇ ਕਰਕੇ ਬਹੁਤ ਲੰਬੇ ਸਮੇਂ ਤੱਕ ਜਿਹਦਾ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ ਸੰਵਿਧਾਨ ਦੇ ਵਿੱਚ ਇਸ ਨੂੰ ਨੈਸ਼ਨਲ ਐਮਰਜੈਂਸੀ ਨੂੰ ਵਧਾਇਆ ਜਾ ਸਕਦਾ ਹੈ। ਹਰ 6 ਮਹੀਨੇ ਬਾਅਦ ਸੰਸਦ ਦੀ ਪ੍ਰਵਾਨਗੀ ਦੀ ਇਹ ਵਿਵਸਥਾ 44ਵੀਂ ਸੋਧ 1978 ਦੇ ਐਕਟ ਦੁਆਰਾ ਜੋੜੀ ਗਈ ਸੀ ਵੀ ਹਰ 6 ਮਹੀਨਿਆਂ ਬਾਅਦ ਰਾਸ਼ਟਰੀ ਐਮਰਜੈਂਸੀ ਦੇ ਲਈ ਲੋਕ ਸਭਾ ਤੇ ਰਾਜ ਸਭਾ ਦੀ ਪ੍ਰਵਾਨਗੀ ਦੀ ਲੋੜ ਹੈ, ਸੰਸਦ ਦੀ ਪ੍ਰਵਾਨਗੀ ਦੀ ਲੋੜ ਹੈ। ਇਹ ਪ੍ਰੋਵੀਜ਼ਨ 44ਵੀਂ ਸੋਧ 1978 ਦੇ ਰਾਜ ਸੰਵਿਧਾਨ ਵਿੱਚ ਜੋੜੀ ਗਈ ਸੀ। ਇਸ ਤੋਂ ਪਹਿਲਾਂ ਕੀ ਹੁੰਦਾ ਸੀ 44ਵੀਂ ਸੋਧ 1978 ਤੋਂ ਪਹਿਲਾਂ ਵੀ ਜਦੋਂ ਇੱਕ ਵਾਰੀ ਸੰਸਦ ਦੁਆਰਾ ਮਨਜ਼ੂਰੀ ਮਿਲ ਜਾਂਦੀ ਸੀ ਤਾਂ ਇਸ ਨੂੰ ਖਤਮ ਕਰਨਾ ਉਹ ਕੈਬਨਿਟ ਦੇ ਵਿਵੇਕ ਤੇ ਨਿਰਭਰ ਰਹਿੰਦਾ ਸੀ ਵੀ ਕੈਬਨਿਟ ਨੇ ਫੈਸਲਾ ਲੈਣਾ ਹੁੰਦਾ ਸੀ ਵੀ ਕਦੋਂ ਇਸ ਨੂੰ ਖਤਮ ਕਰਨਾ। ਪਰ ਜੇਕਰ ਐਮਰਜੈਂਸੀ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੇ ਬਿਨਾਂ ਹੀ ਲੋਕ ਸਭਾ ਭੰਗ 6 ਮਹੀਨੇ ਦੇ ਅੰਦਰ ਹੋ ਜਾਂਦੀ ਹੈ। ਸਪੋਜ਼ ਕਰੋ 1 ਜਨਵਰੀ ਨੂੰ ਐਮਰਜੈਂਸੀ ਲਗਾਤੀ, 30 ਦਿਨਾਂ ਦੇ ਵਿੱਚ ਉਹਦੀ ਪ੍ਰੋਵੀਜ਼ਨ ਮਿਲ ਗਈ, ਸੰਸਦ ਦੁਆਰਾ ਪ੍ਰਵਾਨਗੀ ਮਿਲ ਗਈ, ਤਾਂ ਇਹ 6 ਮਹੀਨੇ ਜਿਹੜੀ ਉਹ ਜਾਰੀ ਰਹੇਗੀ ਜਾਣੀ ਕਿ 30 ਜੂਨ ਤੱਕ ਜਾਰੀ ਰਹੇਗੀ। ਪਰ 30 ਜੂਨ ਤੋਂ ਪਹਿਲਾਂ ਹੀ ਜਿਹੜੀ ਮਈ ਦੇ ਵਿੱਚ ਲੋਕ ਸਭਾ ਭੰਗ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਕੀ ਹੋਏਗਾ, ਉਹੀ ਪ੍ਰੋਵੀਜ਼ਨ ਹੈ ਵੀ ਲੋਕ ਸਭਾ ਦਾ ਫਿਰ ਪੁਨਰਗਠਨ ਹੋਏਗਾ, ਉਹਦੀ ਪਹਿਲੀ ਬੈਠਕ ਹੋਏਗੀ, ਪਹਿਲੀ ਬੈਠਕ ਤੋਂ 30 ਦਿਨਾਂ ਦੇ ਵਿੱਚ ਜਿਹੜੀ ਮਨਜ਼ੂਰੀ ਆ ਉਹ ਮਿਲਣੀ ਜ਼ਰੂਰੀ ਹੈ। ਠੀਕ ਹੈ ਜੀ, ਲੋਕ ਸਭਾ ਵੱਲੋਂ। ਪਰ ਕੰਡੀਸ਼ਨ ਉਹੀ ਫਿਰ ਆ ਗਈ ਵੀ ਰਾਜ ਸਭਾ ਦੁਆਰਾ ਇਹ ਪਹਿਲਾਂ ਜਿਹੜੀ ਹੈਗੀ ਆ ਇਸ ਨੂੰ ਮਨਜ਼ੂਰ ਕੀਤਾ ਜਾਵੇ। ਠੀਕ ਹੈ ਜੀ, ਫਿਰ ਇਹ ਅਗਲੇ 6 ਮਹੀਨਿਆਂ ਦੇ ਲਈ ਜਾਰੀ ਰਹੇਗੀ, ਨਹੀਂ ਤਾਂ ਇਹ ਸਮਾਪਤ ਹੋ ਜਾਏਗੀ ਜੇ ਰਾਜ ਸਭਾ ਇਸ ਨੂੰ ਮਨਜ਼ੂਰ ਨਹੀਂ ਕਰਦੀ ਜਾਂ ਲੋਕ ਸਭਾ ਪੁਨਰਗਠਨ ਦੇ ਪਹਿਲੀ ਬੈਠਕ ਦੇ 30 ਦਿਨਾਂ ਦੇ ਵਿੱਚ ਇਸ ਨੂੰ ਪ੍ਰਵਾਨ ਨਹੀਂ ਕਰਦੀ। ਐਮਰਜੈਂਸੀ ਦੀ ਘੋਸ਼ਣਾ ਇਸ ਨੂੰ ਜਾਰੀ ਰੱਖਣ ਲਈ ਹਰ ਮਤੇ ਨੂੰ ਸੰਸਦ ਦੇ ਦੋਹਾਂ ਸਦਨਾਂ ਦੁਆਰਾ ਵਿਸ਼ੇਸ਼ ਬਹੁਮਤ ਦੇ ਨਾਲ ਪਾਸ ਕੀਤਾ ਜਾਣਾ ਚਾਹੀਦਾ ਹੈ। ਠੀਕ ਹੈ, ਐਮਰਜੈਂਸੀ ਦੀ ਘੋਸ਼ਣਾ ਨੂੰ ਸੰਸਦ ਦੇ ਦੋਹਾਂ ਪਟਲਾਂ ਦੇ ਰੱਖਿਆ ਜਾਏਗਾ ਤੇ ਵਿਸ਼ੇਸ਼ ਬਹੁਮਤ ਦੇ ਨਾਲ ਹੀ ਪਾਸ ਕੀਤਾ ਜਾਏਗਾ। ਮਤਲਬ ਕੀ ਹੈ ਵਿਸ਼ੇਸ਼ ਬਹੁਮਤ ਤੋਂ ਸਦਨ ਦੇ ਕੁੱਲ ਮੈਂਬਰਾਂ ਦਾ ਬਹੁਮਤ ਹੋਵੇ ਜਾਂ ਸਦਨ ਦੇ ਵਿੱਚ ਜਿਹੜੇ ਹਾਜ਼ਰ ਤੇ VOTING ਕਰਨ ਵਾਲੇ ਮੈਂਬਰ ਹੈ ਉਹਦਾ 2/3 ਹੋਵੇ।
ਠੀਕ ਹੈ ਜੀ। ਹਾਜ਼ਰ ਮੈਂਬਰਾਂ ਦਾ 2/3 ਤੇ ਕੁੱਲ ਮੈਂਬਰਾਂ ਦਾ ਬਹੁਮਤ ਉਹਦੇ ਦੁਆਰਾ ਇਸ ਨੂੰ ਸੰਸਦ ਦੇ ਦੋਹਾਂ ਸਦਨਾਂ ਲੋਕ ਸਭਾ ਤੇ ਰਾਜ ਸਭਾ ਦੇ ਨਾਲ ਪਾਸ ਕੀਤਾ ਜਾਣਾ ਜ਼ਰੂਰੀ ਹੈ। ਵਿਸ਼ੇਸ਼ ਬਹੁਮਤ ਦੀ ਜਿਹੜੀ ਵਿਵਸਥਾ ਹੈ ਉਹ ਵੀ 44ਵੀਂ ਸੋਧ 1978 ਦੇ ਐਕਟ ਦੁਆਰਾ ਕੀਤੀ ਗਈ ਹੈ। ਠੀਕ ਹੈ ਜੀ। ਇਸ ਤੋਂ ਪਹਿਲਾਂ ਕੀ ਹੁੰਦਾ ਸੀਗਾ, ਸਿਰਫ ਸਧਾਰਨ ਬਹੁਮਤ ਦੇ ਨਾਲ ਹੀ ਇਹ ਮਤਾ ਜਿਹੜਾ ਪਾਸ ਕੀਤਾ ਜਾਂਦਾ ਸੀਗਾ। ਠੀਕ ਹੈ ਜੀ। ਇਹ ਇੰਪੋਰਟੈਂਟ ਫੈਕਟਰ ਸਾਰੇ ਧਿਆਨ 'ਚ ਰੱਖਣੇ ਜੀ। ਨੈਸ਼ਨਲ ਐਮਰਜੈਂਸੀ ਰਿਮੇਨਸ ਇਨ ਆਪਰੇਸ਼ਨ ਵਿਦ ਅਪਰੂਵਲ ਆਫ ਦੀ ਪਾਰਲੀਮੈਂਟ ਫਾਰ, ਦੱਸਣਾ ਹੈ ਵੀ ਜਦੋਂ ਅਪਰੂਵਲ ਮਿਲ ਗਈ ਪਾਰਲੀਮੈਂਟ ਦੀ ਸੰਸਦ ਦੀ ਤਾਂ ਨੈਸ਼ਨਲ ਐਮਰਜੈਂਸੀ ਹੈ ਜਿਹੜੀ ਉਹ ਜਾਰੀ ਰਹੇਗੀ। ਠੀਕ ਹੈ ਜੀ। ਕਿੰਨੇ ਸਮੇਂ ਲਈ ਜਾਰੀ ਰਹੇਗੀ ਇਹ ਆਪਾਂ ਪੜ੍ਹ ਚੁੱਕੇ ਹਾਂ, ਮੈਕਸਿਮਮ 6 ਮੰਥ ਦੇ ਪੀਰੀਅਡ ਦੇ ਲਈ ਜਾਰੀ ਰਹੇਗੀ। ਠੀਕ ਹੈ। ਇਹ ਸੋਧ ਕੀਤੀ ਗਈ ਸੀ 44ਵੀਂ ਸੋਧ 1978 ਦੇ ਵਿੱਚ। ਇਸ ਤੋਂ ਪਹਿਲਾਂ ਅਨਲਿਮਿਟਡ ਸਮੇਂ ਦੇ ਲਈ ਤੇ ਕੈਬਨਿਟ ਦੀ ਵਿਵੇਕ ਤੇ ਨਿਰਭਰ ਕਰਦਾ ਹੁੰਦਾ ਸੀ ਵੀ ਇੱਕ ਐਮਰਜੈਂਸੀ ਕਦੋਂ ਵਾਪਸ ਲੈਣੀ ਹੈ। ਹਾਂਜੀ, ਪ੍ਰੋਕਲੇਮੇਸ਼ਨਸ ਆਫ ਨੈਸ਼ਨਲ ਐਮਰਜੈਂਸੀ ਸੀਜ਼ ਟੂ ਆਪਰੇਟ। ਠੀਕ ਹੈ। ਜਿਹੜੀ ਨੈਸ਼ਨਲ ਐਮਰਜੈਂਸੀ ਹੈ ਉਹਦੀ ਘੋਸ਼ਣਾ ਕਹਿੰਦੇ ਸੀਜ਼ ਟੂ ਆਪਰੇਟ ਦਾ ਮਤਲਬ ਹੁੰਦਾ ਹੈ ਇਹ ਸਮਾਪਤ ਹੋ ਜਾਏਗੀ। ਠੀਕ ਹੈ। ਅਨਲੈਸ ਅਪਰੂਵਡ ਬਾਈ ਦੀ ਪਾਰਲੀਮੈਂਟ ਵਿਦਿਨ, ਜਦੋਂ ਤੱਕ ਪਾਰਲੀਮੈਂਟ ਦੁਆਰਾ ਇਸ ਨੂੰ ਅਪਰੂਵ ਨਹੀਂ ਕੀਤਾ ਜਾਂਦਾ, ਵਿਦਿਨ ਦੱਸਣਾ ਹੈ ਵਿਦਿਨ 1 ਮੰਥ, ਮੈਕਸਿਮਮ ਕਿੰਨਾ 1 ਮੰਥ। ਠੀਕ ਹੈ। 1 ਮਹੀਨੇ ਦੇ ਵਿੱਚ ਇਹ ਪਾਸ ਕਰਨਾ ਜ਼ਰੂਰੀ ਹੈ ਇਸ ਘੋਸ਼ਣਾ ਨੂੰ। ਜੇ ਘੋਸ਼ਣਾ ਪਾਸ ਨਹੀਂ ਹੁੰਦੀ ਤਾਂ ਇਹ ਜਿਹੜੀ ਹੈਗੀ ਹੈ ਸਮਾਪਤ ਹੋ ਜਾਏਗੀ ਘੋਸ਼ਣਾ। ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ, ਇਹਨਾਂ ਦੀਆਂ ਸਟੇਟਮੈਂਟ ਨੂੰ ਆਪਾਂ ਕੰਸੀਡਰ ਕਰਨਾ ਹੈ, ਵਿਚਾਰਨਾ ਹੈ। ਠੀਕ ਹੈ ਜੀ। ਐਮਰਜੈਂਸੀ ਪ੍ਰੋਵੀਜ਼ਨਸ ਦੇ ਸੰਦਰਭ ਦੇ ਵਿੱਚ ਤੇ ਦੱਸਣਾ ਹੈ ਵੀ ਇਹਦੇ ਵਿੱਚੋਂ ਕਿਹੜੀਆਂ ਕਰੈਕਟ ਹੈ ਸਟੇਟਮੈਂਟਸ। ਹਾਂਜੀ, proclamations of emergency must be approved by both the House of Parliament within 15 days from the date of its issue। ਜਦੋਂ ਇਹ ਘੋਸ਼ਣਾ ਜਾਰੀ ਕੀਤੀ ਜਾਂਦੀ ਹੈ ਉਹਦੇ 15 ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਦੋਨਾਂ ਹਾਊਸਾਂ ਦੁਆਰਾ ਇਸ ਨੂੰ ਅਪਰੂਵ ਕੀਤਾ ਜਾਣਾ ਜ਼ਰੂਰੀ ਹੈ। ਹਾਂਜੀ, ਇਹ ਗਲਤ ਹੋ ਗਿਆ। ਇੱਕ 1 ਮੰਥ ਹੈ, 30 ਦਿਨ ਹੈ। The period allowed for approval by the Parliament was 2 months before the 44 Amendment Act of 1978। 44ਵੀਂ ਸੋਧ 1978 ਤੋਂ ਪਹਿਲਾਂ ਇਹ ਅਪਰੂਵਲ ਦਾ ਪਾਰਲੀਮੈਂਟ ਦੁਆਰਾ ਜਿਹੜਾ ਸਮਾਂ ਹੈ ਉਹ 2 ਮਹੀਨੇ ਸੀ। ਇਹ ਬਿਲਕੁਲ ਰਾਈਟ ਹੈ। ਪਹਿਲਾਂ 2 ਮਹੀਨੇ ਹੁੰਦਾ ਸੀ, ਫਿਰ 44ਵੀਂ ਸੋਧ 1978 ਦੁਆਰਾ ਇਸ ਸੰਸਦ ਦੀ ਪ੍ਰਵਾਨਗੀ ਦਾ ਸਮਾਂ 2 ਤੋਂ ਘਟਾ ਕੇ 1 ਮਹੀਨਾ ਕਰ ਦਿੱਤਾ ਗਿਆ। ਇਫ ਅਪਰੂਵਡ ਬਾਈ ਦੀ ਬੋਥ ਦੀ ਹਾਊਸ ਆਫ ਦੀ ਪਾਰਲੀਮੈਂਟ, ਜੇ ਪਾਰਲੀਮੈਂਟ ਦੇ ਦੋਹਾਂ ਹਾਊਸਾਂ ਦੇ ਦੁਆਰਾ ਇਸ ਐਮਰਜੈਂਸੀ ਪ੍ਰੋਵੀਜ਼ਨ ਨੂੰ ਅਪਰੂਵ ਕੀਤਾ ਜਾਂਦਾ ਹੈ, ਐਮਰਜੈਂਸੀ ਕੰਟੀਨਿਊ ਫਾਰ 6 ਮੰਥ, ਤਾਂ ਜਿਹੜੀ ਐਮਰਜੈਂਸੀ 6 ਮਹੀਨੇ ਤੱਕ ਜਾਰੀ ਰਹੇਗੀ। ਹਾਂਜੀ, ਬਿਲਕੁਲ ਸਹੀ ਹੈ। ਕੈਨ ਬੀ ਐਕਸਟੈਂਡਡ, ਇਸ ਨੂੰ ਵਧਾਇਆ ਜਾ ਸਕਦਾ ਹੈ ਟੂ ਐਨ ਇੰਡੈਫੀਨਿਟ ਪੀਰੀਅਡ ਆਫ, ਇੱਕ ਅਨਿਸ਼ਚਿਤ ਸਮੇਂ ਦੇ ਲਈ ਵਧਾਇਆ ਜਾ ਸਕਦਾ ਹੈ। ਬਿਲਕੁਲ ਸਹੀ ਹੈ। ਵਿਦ ਐਨ ਅਪਰੂਵਲ ਆਫ ਦੀ ਪਾਰਲੀਮੈਂਟ ਫਾਰ ਐਵਰੀ 6 ਮੰਥ, ਹਰ 6 ਮਹੀਨੇ ਬਾਅਦ ਪਾਰਲੀਮੈਂਟ ਦੀ ਅਪਰੂਵਲ ਦੇਣਾ, ਇਹ ਵੀ ਬਿਲਕੁਲ ਰਾਈਟ ਹੈ ਜੀ। ਇਟਸ ਕੰਟੀਨਿਊਸ ਮਸਟ ਬੀ ਪਾਸ ਬਾਈ ਬੋਥ ਦੀ ਹਾਊਸ ਆਫ ਦੀ ਪਾਰਲੀਮੈਂਟ ਬਾਈ ਅ ਸਪੈਸ਼ਲ ਮੈਜੋਰਟੀ। ਹਾਂਜੀ, ਸਪੈਸ਼ਲ ਮੈਜੋਰਟੀ ਦੁਆਰਾ ਦੋਹਾਂ ਹਾਊਸਾਂ ਦੁਆਰਾ ਇਸ ਘੋਸ਼ਣਾ ਨੂੰ ਪਾਸ ਕੀਤਾ ਜਾਣਾ ਜ਼ਰੂਰੀ ਹੈ। ਇਹ ਵੀ ਬਿਲਕੁਲ ਰਾਈਟ ਆਂਸਰ ਹੈ। ਤੇ ਆਪਣੇ ਕੋਲ ਰਾਈਟ ਆਂਸਰ 2, 3, 4 ਇਹਦਾ ਰਾਈਟ ਆਂਸਰ ਹੋਏਗਾ। ਰਾਈਟ ਆਂਸਰ ਬਣ ਜਾਏਗਾ ਸੀ। ਠੀਕ ਹੈ ਜੀ, ਧਿਆਨ ਰੱਖਣਾ ਜੀ। Proclamations of emergency must be placed before the parliament for its approval। ਜਿਹੜੀ ਐਮਰਜੈਂਸੀ ਦੀ ਜਿਹੜੀ ਘੋਸ਼ਣਾ ਹੈ ਇਸ ਨੂੰ ਅਪਰੂਵਲ ਦੇ ਲਈ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ। ਵਿਦਨ 1 ਮੰਥ, 1 ਮਹੀਨੇ ਦੇ ਵਿੱਚ ਇਹ ਪੇਸ਼ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ। ਵਿਚ ਵਨ ਆਫ ਦੀ ਫੋਲੋਇੰਗ ਇਜ਼ ਦੀ ਟਾਈਮ ਲਿਮਿਟ ਫॉर ਦੀ ਰੈਕਟੀਫਿਕੇਸ਼ਨ ਆਫ ਦੀ ਐਮਰਜੈਂਸੀ ਪੀਰੀਅਡ ਬਾਈ ਦੀ ਪਾਰਲੀਮੈਂਟ। ਹਾਂਜੀ, ਪਾਰਲੀਮੈਂਟ ਦੁਆਰਾ ਐਮਰਜੈਂਸੀ ਦੇ ਸਮੇਂ ਦੀ ਰੈਕਟੀਫਿਕੇਸ਼ਨ ਜਾਂ ਇਸ ਦੀ ਪ੍ਰਵਾਨਗੀ ਦਾ ਜਿਹੜਾ ਟਾਈਮ ਲਿਮਿਟ ਦੱਸਣੀ ਹੈ ਉਹ 1 ਮਹੀਨਾ ਹੁੰਦੀ ਹੈ ਜੀ। ਕਿੰਨਾ ਹੁੰਦੀ ਹੈ ਜੀ? ਆਪਣੇ ਕੋਲ 1 ਮੰਥ। ਹਾਂਜੀ, ਉਸ ਤੋਂ ਬਾਅਦ ਹੈ ਜੀ ਘੋਸ਼ਣਾ ਦਾ ਅੰਤ। ਕਿਵੇਂ ਘੋਸ਼ਣਾ ਦਾ ਅੰਤ ਹੋਏਗਾ? ਰਾਸ਼ਟਰਪਤੀ ਦੁਆਰਾ ਐਮਰਜੈਂਸੀ ਦੀ ਘੋਸ਼ਣਾ ਨੂੰ ਕਿਸੇ ਵੀ ਸਮੇਂ ਖਤਮ ਕਰਨ ਦੀ ਇਹ ਘੋਸ਼ਣਾ ਕਰ ਸਕਦਾ ਹੈ ਰਾਸ਼ਟਰਪਤੀ। ਅਜਿਹੀ ਘੋਸ਼ਣਾ ਦੇ ਲਈ ਸੰਸਦ ਦੀ ਮਨਜ਼ੂਰੀ ਦੀ ਲੋੜ ਨਹੀਂ ਹੁੰਦੀ। ਠੀਕ ਹੈ ਜੀ। ਹਾਂਜੀ, ਇੱਕ ਗੱਲ ਧਿਆਨ ਰੱਖਣੀ ਹੈ। ਇੱਕ ਤਾਂ ਇਹ ਹੋ ਗਿਆ ਵੀ ਰਾਸ਼ਟਰਪਤੀ ਜਦੋਂ ਮਰਜ਼ੀ ਚਾਹੇ ਇਸ ਦੀ ਐਮਰਜੈਂਸੀ ਜਿਹੜੀ ਹੈਗੀ ਪਾਵਰ ਉਹਨੂੰ ਵਾਪਸ ਲੈ ਸਕਦਾ ਹੈ। ਇਸ ਐਮਰਜੈਂਸੀ ਪਾਵਰ ਜਿਹੜੀ ਹੈਗੀ ਆਰਟੀਕਲ 352 ਹੈ ਜਿਹੜੀ ਉਹਦੇ ਤਹਿਤ ਜਿਹੜੀ ਘੋਸ਼ਣਾ ਕੀਤੀ ਹੈ ਉਸ ਨੂੰ ਵਾਪਸ ਲੈ ਸਕਦਾ, ਉਸ ਨੂੰ ਖਤਮ ਕਰ ਸਕਦਾ ਹੈ। ਦੂਸਰਾ ਇਹ ਧਿਆਨ ਰੱਖਣਾ ਕਿ ਲੋਕ ਸਭਾ ਦੁਆਰਾ ਅਜਿਹੀ ਘੋਸ਼ਣਾ ਨੂੰ ਜਾਰੀ ਨਾ ਰੱਖਣ ਦੇ ਲਈ ਮਨਜ਼ੂਰੀ ਦਾ ਮਤਾ ਪਾਸ ਕੀਤਾ ਗਿਆ। ਵੀ ਲੋਕ ਸਭਾ ਦੇ ਵਿੱਚ ਇੱਕ ਮਤਾ ਪਾਸ ਕਰ ਦਿੱਤਾ ਗਿਆ ਵੀ ਇਹ ਘੋਸ਼ਣਾ ਹੁਣ ਜਾਰੀ ਨਹੀਂ ਰੱਖਣੀ, ਤਾਂ ਵੀ ਰਾਸ਼ਟਰਪਤੀ ਅਜਿਹੀ ਘੋਸ਼ਣਾ ਨੂੰ ਰੱਦ ਕਰਨ ਦੀ ਜਿਹੜੀ ਉਹ ਘੋਸ਼ਣਾ ਕਰ ਸਕਦਾ ਹੈ। ਇਹ ਵਿਵਸਥਾ ਜਿਹੜੀ 44ਵੀਂ ਸੋਧ 1978 ਦੇ ਵਿੱਚ ਕੀਤੀ ਗਈ ਹੈ। 44ਵੀਂ ਸੋਧ 1978 ਤੋਂ ਪਹਿਲਾਂ ਰਾਸ਼ਟਰਪਤੀ ਆਪਣੀ ਮਰਜ਼ੀ ਦੇ ਨਾਲ ਘੋਸ਼ਣਾ ਨੂੰ ਰੱਦ ਕਰ ਸਕਦਾ ਸੀ ਤੇ ਲੋਕ ਸਭਾ ਦਾ ਇਸ ਸੰਬੰਧ ਦੇ ਵਿੱਚ ਕੋਈ ਕੰਟਰੋਲ ਨਹੀਂ ਸੀ। ਠੀਕ ਹੈ ਜੀ, ਧਿਆਨ ਰੱਖਣਾ ਹੈ। ਪਹਿਲਾਂ 44ਵੀਂ ਸੋਧ 1978 ਤੋਂ ਪਹਿਲਾਂ ਇਸ ਘੋਸ਼ਣਾ ਨੂੰ ਵਾਪਸ ਕਰਨ ਦੀ ਸਾਰੀ ਪਾਵਰ ਹੈ ਉਹ ਰਾਸ਼ਟਰਪਤੀ ਕੋਲ ਸੀ, ਪਰ 44ਵੀਂ ਸੋਧ 1978 ਦੇ ਵਿੱਚ ਜਿਹੜੀ ਇਹ ਪਾਵਰ ਹੈ ਉਹ ਲੋਕ ਸਭਾ ਕੋਲ ਵੀ ਆ ਗਈ। ਜਦੋਂ ਲੋਕ ਸਭਾ ਇੱਕ ਮਤਾ ਪਾਸ ਕਰਦੇ ਵੀ ਇਹ ਐਮਰਜੈਂਸੀ ਹੈ ਜਿਹੜੀ ਨੈਸ਼ਨਲ ਐਮਰਜੈਂਸੀ ਵਾਪਸ ਲੈਣੀ ਹੈ ਤੇ ਜੋ ਮਤਾ ਪਾਸ ਹੋ ਜੇ ਤਾਂ ਵੀ ਰਾਸ਼ਟਰਪਤੀ ਨੂੰ ਵਾਪਸ ਜਾਂ ਰੱਦ ਕਰਨ ਦੀ ਜਿਹੜੀ ਘੋਸ਼ਣਾ ਕਰਨੀ ਪੈਂਦੀ ਹੈ। ਠੀਕ ਹੈ ਜੀ, ਧਿਆਨ ਰੱਖਣਾ। ਹਾਂਜੀ, 1978 ਦੇ 44ਵੀਂ ਸੋਧ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਲੋਕ ਸਭਾ ਦੇ ਕੁੱਲ ਮੈਂਬਰਾਂ ਦਾ 10ਵਾਂ ਹਿੱਸਾ ਸਪੀਕਰ ਨੂੰ ਲਿਖਤੀ ਰੂਪ ਦੇ ਵਿੱਚ ਨੋਟਿਸ ਦਿੰਦਾ ਹੈ। ਜੇ ਸੰਸਦ ਚੱਲ ਰਿਹਾ ਹੈ ਤਾਂ ਕੁੱਲ ਮੈਂਬਰਾਂ ਦਾ 10ਵਾਂ ਹਿੱਸਾ ਸਪੀਕਰ ਨੂੰ ਦੇਗਾ। ਜੇ ਸੰਸਦ ਨਹੀਂ ਚੱਲ ਰਿਹਾ, ਸਦਨ ਨਹੀਂ ਚੱਲ ਰਿਹਾ, ਤਾਂ ਰਾਸ਼ਟਰਪਤੀ ਨੂੰ ਲਿਖਤੀ ਰੂਪ ਦੇ ਵਿੱਚ ਲੋਕ ਸਭਾ ਦੇ ਕੁੱਲ ਮੈਂਬਰਾਂ ਦਾ 10ਵਾਂ ਹਿੱਸਾ ਲਿਖਤੀ ਰੂਪ ਦੇ ਵਿੱਚ ਦਿੰਦਾ ਹੈ। ਤਾਂ 14 ਦਿਨਾਂ ਦੇ ਅੰਦਰ ਘੋਸ਼ਣਾ ਨੂੰ ਰੱਦ ਕਰਨ ਦਾ ਜਿਹੜਾ ਪ੍ਰਸਤਾਵ ਹੈ ਉਹਦੇ ਉੱਪਰ ਵਿਚਾਰ ਵਟਾਂਦਰੇ ਦੇ ਲਈ ਸੰਸਦ ਦੀ ਜਿਹੜੀ ਵਿਸ਼ੇਸ਼ ਬੈਠਕ ਬੁਲਾਈ ਜਾ ਸਕਦੀ ਹੈ। ਧਿਆਨ ਰੱਖਣਾ, ਓਨਲੀ ਲੋਕ ਸਭਾ, ਇਕੱਲੀ ਲੋਕ ਸਭਾ, ਨਾ ਕਿ ਰਾਜ ਸਭਾ। ਲੋਕ ਸਭਾ ਦੇ ਵਿੱਚ ਮਤਾ ਲਿਆਂਦਾ ਜਾਂਦਾ ਹੈ। ਠੀਕ ਹੈ ਜੀ। ਇਹਦੇ ਲਈ ਜ਼ਰੂਰੀ ਹੈ ਵੀ ਜਿੰਨੇ ਮੈਂਬਰ ਹੈ ਆਪਣੇ ਟੋਟਲ ਮੈਂਬਰ ਹੈਗੇ 545, ਜਾਣੀ ਕਿ 55 ਮੈਂਬਰ ਜੇ ਲਿਖ ਕੇ ਦੇਣ ਰਾਸ਼ਟਰਪਤੀ ਨੂੰ। ਜੇ ਸਦਨ ਨਹੀਂ ਚੱਲ ਰਿਹਾ, ਜੇ ਸਦਨ ਚੱਲ ਰਿਹਾ ਤਾਂ ਲੋਕ ਸਭਾ ਦੇ ਸਪੀਕਰ ਨੂੰ ਲਿਖ ਕੇ ਦੇਣ ਵੀ ਇਹਦੇ ਖਤਮ ਕਰਨ ਦੇ ਸੰਬੰਧ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ, ਪ੍ਰਸਤਾਵ ਲਿਆਂਦਾ ਜਾਣਾ ਹੈ। ਤਾਂ ਉਹ ਜੇ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਰਾਸ਼ਟਰਪਤੀ ਹੈ ਉਹ ਘੋਸ਼ਣਾ ਕਰਦਾ ਹੈ ਇਸ ਨੂੰ ਵਾਪਸ ਲੈਣ ਦੀ। ਠੀਕ ਹੈ ਜੀ, ਧਿਆਨ ਰੱਖਣਾ ਹੈ। ਘੋਸ਼ਣਾ ਨੂੰ ਅਸਵੀਕਾਰ ਕਰਨ ਦਾ ਪ੍ਰਸਤਾਵ। ਠੀਕ ਹੈ ਜੀ, ਇੱਕ ਤਾਂ ਹੋ ਗਿਆ ਘੋਸ਼ਣਾ ਨੂੰ ਅਸਵੀਕਾਰ ਕਰਨ ਦਾ ਪ੍ਰਸਤਾਵ, ਇੱਕ ਘੋਸ਼ਣਾ ਨੂੰ ਜਾਰੀ ਰੱਖਣ ਦਾ ਪ੍ਰਸਤਾਵ। ਇਹਨਾਂ ਦੋਹਾਂ ਦੇ ਵਿੱਚ ਅੰਤਰ ਪਾਇਆ ਜਾਂਦਾ ਹੈ। ਇਹ ਦੋਨੋਂ ਅੰਤਰ ਆਪਾਂ ਦੇਖਦੇ ਹਾਂ ਕੀ ਹੈ। ਸਭ ਤੋਂ ਪਹਿਲਾਂ ਅੰਤਰ, ਘੋਸ਼ਣਾ ਨੂੰ ਅਸਵੀਕਾਰ ਪ੍ਰਸਤਾਵ ਦਾ ਜਿਹੜਾ ਹੈਗਾ ਇਹ ਸਿਰਫ ਲੋਕ ਸਭਾ ਦੁਆਰਾ ਹੀ ਪਾਸ ਕੀਤਾ ਜਾਣਾ ਜ਼ਰੂਰੀ ਹੈ, ਜਦਕਿ ਜੇ 352 ਆਰਟੀਕਲ ਨੂੰ ਲਾਗੂ ਕਰਨਾ ਹੈ, ਜਾਰੀ ਕਰਨਾ ਹੈ ਤਾਂ ਸੰਸਦ ਦੇ ਦੋਹਾਂ ਸਦਨਾਂ ਦੇ ਦੁਆਰਾ ਇਹ ਪਾਸ ਕੀਤਾ ਜਾਣਾ ਜ਼ਰੂਰੀ ਹੈ ਇਸ ਘੋਸ਼ਣਾ ਨੂੰ। ਠੀਕ ਹੈ ਜੀ, ਧਿਆਨ ਰੱਖਣਾ ਜੀ। ਦੂਸਰਾ ਅੰਤਰ, ਜੇ ਘੋਸ਼ਣਾ ਨੂੰ ਅਸਵੀਕਾਰ ਕਰਨਾ ਹੈ ਤਾਂ ਇਹ ਪ੍ਰਸਤਾਵ ਲੋਕ ਸਭਾ ਦੇ ਵਿੱਚ ਮਤ ਸਧਾਰਨ ਬਹੁਮਤ ਦੇ ਨਾਲ ਹੀ ਪਾਸ ਹੋਣਾ ਜ਼ਰੂਰੀ ਹੈ। ਜੇ ਘੋਸ਼ਣਾ ਨੂੰ ਜਾਰੀ ਜਾਂ ਲਾਗੂ ਕਰਨਾ ਹੈ ਤਾਂ ਇਹ ਦੋਹਾਂ ਸਦਨਾਂ ਦੇ ਵਿੱਚ ਵਿਸ਼ੇਸ਼ ਬਹੁਮਤ ਦੇ ਨਾਲ ਇਸ ਨੂੰ ਪਾਸ ਕੀਤਾ ਜਾਣਾ ਜ਼ਰੂਰੀ ਹੈ। ਇਹ ਦੋ ਅੰਤਰ ਧਿਆਨ 'ਚ ਰੱਖ ਲੈਣੇ ਜੀ। ਉਸ ਤੋਂ ਬਾਅਦ ਹੈ ਜੀ ਰਾਸ਼ਟਰੀ ਐਮਰਜੈਂਸੀ ਦੇ ਪ੍ਰਭਾਵ। ਕਿਹੜੇ ਪ੍ਰਭਾਵ ਪੈਂਦੇ ਆ? ਜਿਹੜੀ ਨੈਸ਼ਨਲ ਐਮਰਜੈਂਸੀ ਆਰਟੀਕਲ 352 ਦੇ ਤਹਿਤ ਜਿਹੜੀ ਡਿਕਲੇਅਰ ਕੀਤੀ ਜਾਂਦੀ ਹੈ ਰਾਸ਼ਟਰਪਤੀ ਦੁਆਰਾ, ਉਹਦੇ 3 ਜਿਹੜੇ ਪ੍ਰਭਾਵ ਦੇਖਣ ਨੂੰ ਮਿਲਦੇ ਆ। ਸਭ ਤੋਂ ਪਹਿਲਾ ਪ੍ਰਭਾਵ ਕੇਂਦਰ ਰਾਜ ਸੰਬੰਧਾਂ ਤੇ ਦੇਖਣ ਨੂੰ ਮਿਲਦਾ ਹੈ। ਦੂਸਰਾ ਲੋਕ ਸਭਾ ਦੇ ਰਾਜ ਸਭਾ ਦੇ ਜਿਹੜਾ ਕਾਰਜਕਾਲ ਤੇ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਤੀਸਰਾ ਜਿਹੜਾ ਹੈ ਮੌਲਿਕ ਅਧਿਕਾਰਾਂ ਦੇ ਜਿਹੜਾ ਪ੍ਰਭਾਵ ਆ ਦੇਖਣ ਨੂੰ ਮਿਲਦਾ ਹੈ। ਆਪਾਂ ਵਾਰੋ ਵਾਰੀ ਜਿਹੜਾ ਹੈ ਇਹਨਾਂ ਸਾਰੇ ਪ੍ਰਭਾਵਾਂ ਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਆਪਾਂ ਕੇਂਦਰ ਦੇ ਰਾਜ ਸੰਬੰਧਾਂ ਦੇ ਪ੍ਰਭਾਵਾਂ ਤੇ। ਠੀਕ ਹੈ ਜੀ।
हाँ जी, जो एमरजेंसी लागू होंगी है तो केंद्र राज संबंधां ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਵਾਪਰਦੀਆਂ ਤੇ ਇਹ ਤਬਦੀਲੀਆਂ ਤੇ ਇਹਦਾ ਵਰਣਨ ਤਿੰਨ ਭਾਗਾਂ ਦੇ ਵਿੱਚ ਕੀਤਾ ਜਾਂਦਾ ਹੈ। ਕਾਰਜਕਾਰੀ ਸ਼ਕਤੀਆਂ, ਵਿਧਾਨਿਕ ਤੇ ਵਿੱਤੀ ਸ਼ਕਤੀਆਂ। ਸਭ ਤੋਂ ਪਹਿਲਾਂ ਕਾਰਜਕਾਰੀ ਸ਼ਕਤੀਆਂ ਦੀ ਗੱਲ ਕਰਦੇ ਹਾਂ। ਕੇਂਦਰ ਦੀਆਂ ਜਿਹੜੀਆਂ ਕਾਰਜਕਾਰੀ ਸ਼ਕਤੀਆਂ ਹੈ ਉਹ ਰਾਸ਼ਟਰੀ ਐਮਰਜੈਂਸੀ ਦੇ ਸਮੇਂ ਦੇ ਦੌਰਾਨ ਵੱਧ ਜਾਂਦੀਆਂ। ਠੀਕ ਹੈ ਜੀ। ਆਮ ਸਮਿਆਂ ਦੇ ਵਿੱਚ ਜਿਹੜਾ ਕੇਂਦਰ ਹੈ ਰਾਜਾਂ ਨੂੰ ਸਿਰਫ ਕੁਝ ਵਿਸ਼ਿਆਂ ਤੇ ਹੀ ਕਾਰਜਕਾਰੀ ਨਿਰਦੇਸ਼ ਦੇ ਸਕਦਾ ਹੈ, ਪਰ ਜਦੋਂ ਰਾਸ਼ਟਰੀ ਐਮਰਜੈਂਸੀ ਆਰਟੀਕਲ 352 ਦੇ ਤਹਿਤ ਲੱਗ ਜਾਂਦੀ ਹੈ ਇਸ ਸਮੇਂ ਕੇਂਦਰ ਕਿਸੇ ਵੀ ਮਾਮਲੇ ਤੇ ਰਾਜ ਨੂੰ ਕਾਰਜਕਾਰੀ ਨਿਰਦੇਸ਼ ਦੇਣ ਦੀ ਸ਼ਕਤੀ ਮਿਲ ਜਾਂਦੀ ਹੈ। ਸਾਰੇ ਮਾਮਲਿਆਂ ਦੀ ਸ਼ਕਤੀਆਂ ਮਿਲ ਜਾਂਦੀਆਂ, ਕਾਰਜਕਾਰੀ ਸ਼ਕਤੀਆਂ ਵੱਧ ਜਾਂਦੀਆਂ ਸੈਂਟਰਲ ਗਵਰਨਮੈਂਟ ਦੀਆਂ। ਇਸ ਤਰ੍ਹਾਂ ਰਾਜ ਸਰਕਾਰਾਂ ਕੇਂਦਰ ਦੇ ਪੂਰੀ ਤਰ੍ਹਾਂ ਕੰਟਰੋਲ ਅਧੀਨ ਆ ਜਾਂਦੀਆਂ। ਹਾਲਾਂਕਿ ਇੱਕ ਗੱਲ ਧਿਆਨ ਰੱਖਣੀ ਹੈ, ਨੋਟ ਕਰਨੀ ਹੈ, ਉਹ ਕੀ ਹੈ ਨੋਟ, ਇਹ ਜਿਹੜੀ ਕੇਂਦਰ ਸਰਕਾਰ ਹੈ ਰਾਜ ਸਰਕਾਰ ਨੂੰ ਸਸਪੈਂਡ ਨਹੀਂ ਕਰ ਸਕਦੀ। ਠੀਕ ਹੈ, ਕੇਵਲ ਕਾਰਜਕਾਰੀਆਂ ਸ਼ਕਤੀਆਂ ਖੋ ਸਕਦੀ ਹੈ ਪਰ ਉਸ ਸਰਕਾਰ ਨੂੰ ਡੇਗ ਨਹੀਂ ਸਕਦੀ, ਉਹਦੀ ਜਗ੍ਹਾ ਤੇ ਨਵੀਂ ਸਰਕਾਰ ਹੈ ਜਿਹੜੀ ਇਲੈਕਸ਼ਨ ਨਹੀਂ ਕਰਵਾ ਸਕਦੀ। ਠੀਕ ਹੈ, ਧਿਆਨ ਰੱਖਣਾ ਜੀ। ਠੀਕ ਹੈ ਜੀ, ਇਹ ਕਾਰਜਕਾਰੀ ਸ਼ਕਤੀਆਂ ਧਿਆਨ ਰੱਖ ਲੈਣਾ ਸੈਂਟਰਲ ਗਵਰਨਮੈਂਟ ਦੀਆਂ ਉਹ ਬਚਣਗੀਆਂ। ਉਸ ਤੋਂ ਬਾਅਦ ਗੱਲ ਕਰਦੇ ਹਾਂ ਵਿਧਾਨਿਕ ਸ਼ਕਤੀਆਂ। ਜਿਹੜੀ ਰਾਸ਼ਟਰੀ ਐਮਰਜੈਂਸੀ ਦੇ ਸਮੇਂ ਸੰਸਦ ਨੂੰ ਰਾਜ ਸੂਚੀ ਵਿੱਚ ਦਰਸਾਏ ਵਿਸ਼ਿਆਂ ਤੇ ਕਾਨੂੰਨ ਬਣਾਉਣ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਠੀਕ ਹੈ ਜੀ, ਰਾਜ ਸੂਚੀ ਦੇ ਵਿੱਚ ਜਿਵੇਂ ਪੁਲਿਸ ਆ ਜਾਂਦਾ ਹੈ, ਠੀਕ ਹੈ ਜੀ, ਤੇ ਐਜੂਕੇਸ਼ਨ ਆ ਜਾਂਦੀ ਸਮਵਰਤੀ ਸੂਚੀ, ਤੇ ਜਿਹੜੀ ਰਾਜ ਸੂਚੀ ਦੇ ਖੇਤੀਬਾੜੀ ਐਗਰੀਕਲਚਰ ਆ ਜਾਂਦਾ। ਇਹਨਾਂ ਸਾਰੇ ਵਿਸ਼ਿਆਂ ਦੇ ਕਾਨੂੰਨ ਬਣਾਉਣ ਦੀ ਜਿਹੜੀ ਪਾਵਰ ਹੈ ਉਹ ਚਲੀ ਜਾਂਦੀ ਹੈ ਜੀ ਸੰਸਦ ਦੇ ਕੋਲ। ਠੀਕ ਹੈ ਜੀ, ਜਦੋਂ ਰਾਸ਼ਟਰੀ ਐਮਰਜੈਂਸੀ ਲੱਗਦੀ ਹੈ। ਜੇਕਰ ਸੰਸਦ ਦਾ ਸੈਸ਼ਨ ਨਹੀਂ ਚੱਲ ਰਿਹਾ ਤੇ ਸਰਕਾਰ ਨੂੰ ਸੈਂਟਰਲ ਗਵਰਨਮੈਂਟ ਨੂੰ ਮਹਿਸੂਸ ਹੋ ਜੇ ਵੀ ਪੰਜਾਬ ਦੇ ਵਿੱਚ ਕੋਈ ਜਿਹੜਾ ਕਾਨੂੰਨ ਹੈ ਉਹ ਲੋੜੀਦਾ ਹੈ ਜਾਂ ਕਿਸੇ ਕਾਨੂੰਨ ਦੇ ਵਿੱਚ ਕੋਈ ਸੋਧ ਚਾਹੀਦੀ ਹੈ ਤਾਂ ਉਹ ਰਾਸ਼ਟਰਪਤੀ ਤੋਂ ਰਾਜ ਸੂਚੀ ਦੇ ਵਿਸ਼ੇ ਦੇ ਸੰਬੰਧ ਵਿੱਚ ਆਰਡੀਨੈਂਸ ਜਾਰੀ ਕਰਵਾ ਸਕਦੀ ਹੈ। ਠੀਕ ਹੈ ਜੀ, ਧਿਆਨ ਰੱਖਣਾ ਹੈ ਜਦੋਂ ਸੰਸਦ ਦਾ ਸੈਸ਼ਨ ਨਹੀਂ ਚੱਲ ਰਿਹਾ ਤਾਂ ਉਹਦੀ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹ ਰਾਸ਼ਟਰਪਤੀ ਤੋਂ ਆਰਡੀਨੈਂਸ ਜਾਰੀ ਕਰਵਾ ਸਕਦੀ ਹੈ। ਐਮਰਜੈਂਸੀ ਦੌਰਾਨ ਰਾਜ ਸੂਚੀ ਵਿਸ਼ਿਆਂ ਤੇ ਸੈਂਟਰਲ ਗਵਰਨਮੈਂਟ ਜਾਂ ਸੰਸਦ ਦੁਆਰਾ ਬਣਾਏ ਗਏ ਜਿਹੜੇ ਕਾਨੂੰਨ ਹੈ, ਠੀਕ ਹੈ ਜੀ, ਐਮਰਜੈਂਸੀ ਤੋਂ ਬਾਅਦ ਵੀ 6 ਮਹੀਨਿਆਂ ਤੱਕ ਪ੍ਰਭਾਵੀ ਰਹਿੰਦੇ ਹਨ। ਠੀਕ ਹੈ ਜੀ, ਕੋਈ ਵੀ ਨਵਾਂ ਕਾਨੂੰਨ ਬਣਾਤਾ ਐਮਰਜੈਂਸੀ ਦੇ ਦੌਰਾਨ ਤਾਂ ਉਹ ਜਿਹੜਾ ਕਾਨੂੰਨ ਹੈ ਐਮਰਜੈਂਸੀ ਹਟਣ ਤੋਂ ਬਾਅਦ ਵੀ 6 ਮਹੀਨੇ ਤੱਕ ਉਹ ਜਾਰੀ ਰਹੇਗਾ। ਇਹ ਧਿਆਨ ਰੱਖਣਾ ਜੀ, ਟਾਈਮ ਪੀਰੀਅਡ। ਹਾਂਜੀ, ਉਸ ਤੋਂ ਬਾਅਦ ਹੈ ਵਿੱਤੀ ਸੰਬੰਧਾਂ ਤੇ ਕੀ ਪ੍ਰਭਾਵ ਪੈਂਦਾ ਹੈ। ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਲਾਗੂ ਹੁੰਦੀ ਹੈ ਤਾਂ ਰਾਸ਼ਟਰਪਤੀ ਹੈ ਉਹ ਕੇਂਦਰ ਤੇ ਰਾਜ ਸਰਕਾਰਾਂ ਵਿਚਕਾਰ ਟੈਕਸ ਦੀ ਜਿਹੜੀ ਵੰਡ ਆ ਉਹਦੇ ਵਿੱਚ ਵੀ ਸੋਧ ਕਰ ਸਕਦਾ ਹੈ। ਠੀਕ ਹੈ ਜੀ, ਜਿਹੜਾ ਸੈਂਟਰਲ ਗਵਰਨਮੈਂਟ ਹੈ ਉਹ ਕੁਝ ਹਿੱਸਾ ਜਿਵੇਂ ਜਿਹੜਾ ਹੁਣ 15ਵਾਂ ਵਿੱਤ ਆਯੋਗ ਹੈ ਉਸਨੇ 40% ਦੀ ਰਿਕਮੈਂਡੇਸ਼ਨ ਕੀਤੀ ਹੈ। ਠੀਕ ਹੈ ਜੀ, 40% ਹਿੱਸਾ ਜਿਹੜਾ ਉਹ ਜਾਂਦਾ ਹੈਗਾ ਸਟੇਟ ਗਵਰਨਮੈਂਟ ਨੂੰ, ਤਾਂ ਇਹਦੇ ਵਿੱਚ ਸੋਧ ਕਰ ਸਕਦਾ ਹੈ, ਇਹ ਘਟਾ ਸਕਦਾ ਹੈ, ਇਹਨੂੰ ਘਟਾ ਕੇ 10% ਕਰ ਸਕਦਾ ਹੈ ਜਾਂ ਬਿਲਕੁਲ ਖਤਮ ਕਰ ਸਕਦਾ ਹੈ। ਸਾਰੇ ਦਾ ਸਾਰਾ ਹਿੱਸਾ ਸੈਂਟਰਲ ਗਵਰਨਮੈਂਟ ਆਪਣੇ ਕੋਲ ਰੱਖ ਸਕਦੀ ਹੈ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ, ਇਹ 'ਚ ਸੋਧ ਕਰ ਸਕਦੀ ਹੈ। ਅਜਿਹੀਆਂ ਸੋਧਾਂ ਵਿੱਤੀ ਸਾਲ ਦੇ ਅੰਤ ਤੱਕ ਜਾਰੀ ਰਹਿਣਗੀਆਂ ਜਿਸ ਵਿੱਚ ਐਮਰਜੈਂਸੀ ਖਤਮ ਹੁੰਦੀ ਹੈ। ਜਿਹੜਾ ਫਾਈਨੈਂਸ਼ੀਅਲ ਈਅਰ ਹੁੰਦਾ ਹੈ ਉਹ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਦਾ ਹੁੰਦਾ ਹੈ। ਸਪੋਜ਼ ਕਰੋ ਇਹ ਜਿਹੜੀ ਐਮਰਜੈਂਸੀ ਹੈ ਜਿਹੜੀ ਉਹ ਦਸੰਬਰ ਵਿੱਚ ਹਟ ਜਾਂਦੀ ਹੈ ਤਾਂ ਇਹ ਜਿਹੜੀਆਂ ਪ੍ਰੋਵੀਜ਼ਨ ਚੇਂਜ ਕੀਤੀਆਂ ਵਿੱਤੀ ਜਿਹੜੇ ਸੋਧਾਂ ਕੀਤੀਆਂ ਰਾਸ਼ਟਰਪਤੀ ਦੁਆਰਾ ਇਹ 31 ਮਾਰਚ ਤੱਕ ਜਾਰੀ ਰਹਿਣਗੀਆਂ। ਠੀਕ ਹੈ ਜੀ, ਧਿਆਨ ਰੱਖਣਾ ਹੈ ਰਾਸ਼ਟਰਪਤੀ ਦੁਆਰਾ ਜਿਹੜਾ ਹਰ ਹੁਕਮ ਹੈ ਉਹ ਸੰਸਦ ਦੇ ਦੋਹਾਂ ਸਦਨਾਂ ਦੇ ਪਟਲ ਤੇ ਰੱਖਿਆ ਜਾਣਾ ਜ਼ਰੂਰੀ ਹੈ। ਇਹ ਗੱਲ ਧਿਆਨ ਰੱਖਣੀ ਹੈ। ਠੀਕ ਹੈ ਜੀ, ਇਹ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਵੀ ਜੋ ਵੀ ਪ੍ਰੋਵੀਜ਼ਨ ਹੁੰਦੀ ਹੈ ਨੈਸ਼ਨਲ ਐਮਰਜੈਂਸੀ ਨਾਲ ਸੰਬੰਧਿਤ, ਠੀਕ ਹੈ, ਕੀਤੀ ਜਾਂਦੀ ਹੈ ਉਹਨੂੰ ਸੰਸਦ ਦੇ ਦੋਹਾਂ ਸਦਨਾਂ ਦੁਆਰਾ ਵਿਸ਼ੇਸ਼ ਬਹੁਮਤ ਦੇ ਨਾਲ ਪਾਸ ਕੀਤਾ ਜਾਣਾ ਜ਼ਰੂਰੀ ਹੈ। Which of the following is are true regarding the effect of national emergency on center state relation? ਦੱਸਣਾ ਹੈ ਕੇਂਦਰ ਰਾਜ ਸੰਬੰਧਾਂ ਦੇ ਸੰਬੰਧ ਵਿੱਚ ਜਿਹੜੀ ਨੈਸ਼ਨਲ ਐਮਰਜੈਂਸੀ ਹੈ ਉਹਦੇ ਸੰਬੰਧ ਦੇ ਵਿੱਚ ਕਿਹੜੇ ਪ੍ਰਭਾਵ ਹੈ ਉਹ ਦੱਸਣੇ ਆਪਾਂ। ਡਿਊਰਿੰਗ ਨਾਰਮਲ ਟਾਈਮਸ, ਠੀਕ ਹੈ, ਸਧਾਰਨ ਸਥਿਤੀਆਂ ਦੇ ਵਿੱਚ ਪ੍ਰੈਜ਼ੀਡੈਂਟ ਹੈਜ਼ ਦੀ ਪਾਵਰ ਟੂ ਗਿਵ ਡਾਇਰੈਕਸ਼ਨ ਟੂ ਦੀ ਸਟੇਟ ਔਨ ਆਲ ਦੀ ਮੈਟਰਸ। ਕਹਿੰਦੇ ਰਾਜ ਦੇ ਸਾਰੇ ਮੁੱਦਿਆਂ ਤੇ ਦਿਸ਼ਾ ਨਿਰਦੇਸ਼ ਦੇਣ ਦੀ ਪਾਵਰ ਪ੍ਰੈਜ਼ੀਡੈਂਟ ਕੋਲ ਹੈ। ਇਹ ਗਲਤ ਹੋ ਗਿਆ ਜੀ, ਸਾਰੇ ਮੁੱਦਿਆਂ ਤੇ ਪਾਵਰ ਦੇਣ ਦੀ ਪਾਵਰ ਨਹੀਂ ਹੈਗੀ। ਇਹ ਸਿਰਫ ਸਾਰੇ ਮੁੱਦਿਆਂ ਤੇ ਹੁੰਦੀ ਹੈ ਜਦੋਂ ਨਾਰਮਲ ਟਾਈਮ ਨਾ ਹੋਵੇ, ਜਦੋਂ ਐਮਰਜੈਂਸੀ ਦਾ ਟਾਈਮ ਹੋਵੇ ਉਦੋਂ ਰਾਸ਼ਟਰਪਤੀ ਕੋਲ ਪਾਵਰ ਹੁੰਦੀ ਹੈ ਵੀ ਸਾਰੇ ਮੁੱਦਿਆਂ ਤੇ ਉਹ ਰਾਜ ਨੂੰ ਜਿਹੜੇ ਹੈ ਡਾਇਰੈਕਸ਼ਨ ਦੇ ਸਕਦਾ ਹੈ। ਡਿਊਰਿੰਗ ਐਮਰਜੈਂਸੀ ਆਪਾਤਕਾਲ ਦੇ ਸਮੇਂ ਦੇ ਵਿੱਚ ਲੈਜਿਸਲੇਟਿਵ ਪਾਵਰ ਆਫ ਦੀ ਸਟੇਟ ਲੈਜਿਸਲੇਚਰ ਇਜ਼ ਸਸਪੈਂਡਡ। ਹਾਂਜੀ, ਜਿਹੜੀ ਸਟੇਟ ਦੀ ਲੈਜਿਸਲੇਟਿਵ ਪਾਵਰ ਹੈ ਉਹ ਸਸਪੈਂਡ ਹੋ ਜਾਂਦੀ ਹੈ। ਇਹ ਬਿਲਕੁਲ ਗਲਤ ਹੈ, ਕੋਈ ਪਾਵਰ ਸਸਪੈਂਡ ਨਹੀਂ ਹੁੰਦੀ। ਡਿਊਰਿੰਗ ਐਮਰਜੈਂਸੀ ਦੇ ਸਮੇਂ ਦੌਰਾਨ ਪ੍ਰੈਜ਼ੀਡੈਂਟ ਕੈਨ ਇਸ਼ੂ ਆਰਡੀਨੈਂਸ ਔਨ ਦੀ ਸਟੇਟ ਸਬਜੈਕਟ। ਜਿਹੜਾ ਪ੍ਰੈਜ਼ੀਡੈਂਟ ਹੈ ਉਹ ਸਟੇਟ ਸਬਜੈਕਟ ਤੇ ਜਿਹੜਾ ਹੈ ਆਰਡੀਨੈਂਸ ਜਾਰੀ ਕਰ ਸਕਦਾ ਹੈ, ਬਿਲਕੁਲ ਕਰ ਸਕਦਾ ਹੈ। ਡਿਊਰਿੰਗ ਐਮਰਜੈਂਸੀ ਦੇ ਦੌਰਾਨ ਪ੍ਰੈਜ਼ੀਡੈਂਟ ਮੇ ਮੋਡੀਫਾਈ ਡਿਸਟ੍ਰੀਬਿਊਸ਼ਨ ਆਫ ਫਾਈਨੈਂਸ਼ੀਅਲ ਰਿਸੋਰਸਸ ਬਿਟਵੀਨ ਸੈਂਟਰ ਐਂਡ ਸਟੇਟ। ਜਿਹੜਾ ਪ੍ਰੈਜ਼ੀਡੈਂਟ ਹੈ ਉਹ ਸੈਂਟਰ ਤੇ ਸਟੇਟ ਦੇ ਵਿਚਕਾਰ ਜਿਹੜੇ ਵਿੱਤੀ ਰਿਸੋਰਸ ਹੈ ਉਹਨਾਂ ਦੀ ਵੰਡ ਦੇ ਵਿੱਚ ਵੀ ਸੋਧ ਕਰ ਸਕਦਾ ਹੈ। ਹਾਂਜੀ, ਬਿਲਕੁਲ ਕਰ ਸਕਦਾ ਹੈ ਸੋਧ। ਇਹਦਾ ਰਾਈਟ ਆਨਸਰ ਬਣੇਗਾ 3 and 4। ਠੀਕ ਹੈ ਜੀ, ਧਿਆਨ ਰੱਖਣਾ। Which of the following is or are true? ਦੱਸਣਾ ਹੈ ਲਿਖੇ ਵਿੱਚੋਂ ਕਿਹੜਾ ਠੀਕ ਹੈ। ਡਿਊਰਿੰਗ ਐਨ ਐਮਰਜੈਂਸੀ ਆਪਾਤਕਾਲ ਦੇ ਸਮੇਂ ਦੇ ਵਿੱਚ ਸੈਂਟਰਲ ਗਵਰਨਮੈਂਟ ਬਿਕਮਸ ਆਲ ਪਾਵਰਫੁਲ। ਜਿਹੜੀ ਕੇਂਦਰ ਸਰਕਾਰ ਹੈ ਉਹ ਸਰਬਸ਼ਕਤੀਮਾਨ ਬਣ ਜਾਂਦੀ ਹੈ, ਬਿਲਕੁਲ ਰਾਈਟ ਹੈ। ਐਂਡ ਦੀ ਸਟੇਟਸ ਗੋ ਇਨਟੂ ਦੀ ਟੋਟਲ ਕੰਟਰੋਲ ਆਫ ਦੀ ਸੈਂਟਰ। ਅਤੇ ਜਿਹੜੇ ਸਟੇਟਸ ਹੈ ਪੂਰੀ ਤਰ੍ਹਾਂ ਰਾਜ ਕੇਂਦਰ ਸਰਕਾਰ ਦੇ ਅਧੀਨ ਆ ਜਾਂਦੇ ਹਨ, ਇਹ ਬਿਲਕੁਲ ਰਾਈਟ ਹੈ ਜੀ। ਇਟ ਕਨਵਰਟਸ ਦੀ ਫੈਡਰਲ ਸਟਰਕਚਰ ਇਨਟੂ ਅ ਯੂਨਿਟਰੀ ਵਨ। ਜਿਹੜੀ ਨੈਸ਼ਨਲ ਐਮਰਜੈਂਸੀ ਹੈ ਉਹ ਫੈਡਰਲ ਸੰਘੀ ਢਾਂਚੇ ਨੂੰ ਇਕਾਤਮਕ ਢਾਂਚੇ ਵਿੱਚ ਬਦਲ ਦਿੰਦੀ ਹੈ, ਇਹ ਵੀ ਬਿਲਕੁਲ ਰਾਈਟ ਹੈ। ਵਿਦਾਊਟ ਅ ਫਾਰਮਲ ਅਮੈਂਡਮੈਂਟ ਆਫ ਦੀ ਕਨਸਟੀਟਿਊਸ਼ਨ, ਸੰਵਿਧਾਨ ਵਿੱਚ ਬਿਨਾਂ ਕੋਈ ਰਸਮੀ ਸੋਧ ਕੀਤੇ ਹੋਏ, ਇਹ ਵੀ ਬਿਲਕੁਲ ਰਾਈਟ ਹੈ। ਕਿਉਂਕਿ ਜਿਹੜਾ ਫੈਡਰਲ ਸਟਰਕਚਰ ਹੁੰਦਾ ਹੈ ਉਹਦੇ ਵਿੱਚ ਪਾਵਰਾਂ ਦੀ ਡਿਵੀਜ਼ਨ ਹੁੰਦੀ ਹੈ, ਕੁਝ ਪਾਵਰਾਂ ਸੈਂਟਰ ਕੋਲ ਹੁੰਦੀਆਂ, ਕੁਝ ਪਾਵਰਾਂ ਸਟੇਟ ਕੋਲ ਹੁੰਦੀਆਂ। ਪਰ ਜਦੋਂ ਨੈਸ਼ਨਲ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਸਾਰੀਆਂ ਦੀਆਂ ਸਾਰੀਆਂ ਪਾਵਰਾਂ ਜਿਹੜੀਆਂ ਉਹ ਕਿਹਦੇ ਕੋਲ ਚਲੀਆਂ ਜਾਂਦੀਆਂ, ਸੈਂਟਰ ਗਵਰਨਮੈਂਟ ਕੋਲ ਚਲੀਆਂ ਜਾਂਦੀਆਂ, ਤਾਂ ਉਹ ਯੂਨਿਟਰੀ ਸਿਸਟਮ ਬਣ ਜਾਂਦਾ। ਠੀਕ ਹੈ ਜੀ, ਧਿਆਨ ਰੱਖਣਾ ਹੈ ਦੋਨੋਂ ਰਾਈਟ ਹੈ। ਰਾਈਟ ਆਨਸਰ ਬਣ ਜਾਏਗਾ ਸੀ, ਬੋਥ 1 and 2 ਆਰ ਕਰੈਕਟ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਅਗਲਾ ਪ੍ਰਭਾਵ ਉਹ ਹੈ ਜੀ ਲੋਕ ਸਭਾ ਤੇ ਰਾਜ ਸਭਾ ਦੇ ਕਾਰਜਕਾਲ ਤੇ ਕੀ ਪ੍ਰਭਾਵ ਪੈਂਦਾ ਹੈ। ਜਦੋਂ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਲਾਗੂ ਹੁੰਦੀ ਹੈ ਤਾਂ ਲੋਕ ਸਭਾ ਦਾ ਜਿਹੜਾ ਕਾਰਜਕਾਲ ਹੈ ਉਹ 1 ਸਾਲ ਦੇ ਲਈ ਵਧਾਇਆ ਜਾ ਸਕਦਾ ਹੈ। ਆਮ ਕਾਰਜਕਾਲ ਉਹਦਾ 5 ਸਾਲ ਹੁੰਦਾ ਹੈ, 5 ਸਾਲ ਤੋਂ 1 ਸਾਲ ਦੇ ਲਈ ਉਹ ਵਧਾਇਆ ਜਾ ਸਕਦਾ ਹੈ। ਪਰ ਐਕਸਟੈਂਸ਼ਨ ਹੈ ਜਿਹੜਾ ਐਮਰਜੈਂਸੀ ਖਤਮ ਹੋਣ ਤੋਂ ਬਾਅਦ 6 ਮਹੀਨੇ ਤੋਂ ਵੱਧ ਨਹੀਂ ਹੋ ਸਕਦਾ। ਇਹ ਗੱਲ ਧਿਆਨ ਰੱਖ ਲੈਣੀ ਹੈ ਵੀ 1 ਜਨਵਰੀ ਨੂੰ ਜਿਹੜਾ ਹੈ ਲੋਕ ਸਭਾ ਦਾ ਕਾਰਜਕਾਲ ਹੈ ਜਿਹੜਾ ਉਹ 1 ਸਾਲ ਲਈ ਵਧਾ ਦਿੱਤਾ ਗਿਆ, ਪਰ ਫਰਵਰੀ ਦੇ ਵਿੱਚ ਜਿਹੜੀ ਉਹ ਐਮਰਜੈਂਸੀ ਖਤਮ ਹੋ ਗਈ ਤਾਂ ਫਰਵਰੀ ਤੋਂ 6 ਮਹੀਨੇ ਅਗਸਤ ਤੱਕ ਹੀ ਇਸ ਲੋਕ ਸਭਾ ਦਾ ਕਾਰਜਕਾਲ ਰਹੇਗਾ। ਠੀਕ ਹੈ ਜੀ, ਧਿਆਨ ਰੱਖਣਾ ਹੈ ਕਿ 6 ਮਹੀਨੇ ਤੋਂ ਵੱਧ ਨਹੀਂ ਹੋ ਸਕਦਾ ਜਦੋਂ ਇਹ ਐਮਰਜੈਂਸੀ ਹਟਾ ਲਈ ਜਾਵੇ ਉਸ ਤੋਂ ਬਾਅਦ। ਇਹ ਗੱਲ ਧਿਆਨ ਰੱਖਣੀ ਹੈ, ਨੋਟ ਕਰਨੀ ਹੈ। ਤੇ 1 ਸਾਲ ਦੇ ਲਈ ਇਸ ਮਿਆਦ ਨੂੰ ਵਧਾਇਆ ਜਾ ਸਕਦਾ ਹੈ। ਇੱਕ ਸਾਲ ਕਰਕੇ ਕਿੰਨੇ ਵਾਰ ਮਰਜ਼ੀ ਵਧਾਇਆ ਜਾ ਸਕਦਾ ਹੈ, ਇਹ ਗੱਲ ਧਿਆਨ ਰੱਖਣੀ ਹੈ। ਠੀਕ ਹੈ ਜੀ, ਪਰ ਇਹ ਸੰਸਦ ਦੁਆਰਾ ਇੱਕ ਕਾਨੂੰਨ ਰਾਹੀਂ ਇਸ ਨੂੰ ਵਧਾਇਆ ਜਾ ਸਕਦਾ ਹੈ, ਇਹ ਗੱਲ ਧਿਆਨ ਰੱਖਣੀ ਹੈ। ਉਦਾਹਰਨ ਦੇਖੋ ਕੀ ਹੈ, 5ਵੀਂ ਲੋਕ ਸਭਾ ਦੇ ਵਿੱਚ ਜਿਹੜਾ ਇੱਕ ਵਾਰ ਦੇ ਵਿੱਚ 1 ਸਾਲ ਕਰਕੇ 2 ਵਾਰ ਇਹਦਾ ਕਾਰਜਕਾਲ ਵਧਾਇਆ ਗਿਆ, ਯਾਨੀ ਕਿ 2 ਸਾਲ ਕਾਰਜ ਵਧਾਇਆ ਗਿਆ ਸੀਗਾ 1 ਸਾਲ ਕਰਕੇ। ਠੀਕ ਹੈ ਜੀ, ਧਿਆਨ ਰੱਖ ਲਓ। ਇਹਦੇ ਬਾਰੇ ਸੰਵਿਧਾਨ ਵਿੱਚ ਕੁਝ ਨਹੀਂ ਲਿਖਿਆ ਗਿਆ ਵੀ ਕਿੰਨੇ ਸਾਲ ਤੱਕ ਵਧਾਇਆ ਜਾ ਸਕਦਾ ਹੈ ਲੋਕ ਸਭਾ ਦਾ ਕਾਰਜਕਾਲ। ਇਹਨੂੰ ਅਨਲਿਮਿਟਡ ਸਮੇਂ ਤੱਕ 1 ਸਾਲ ਕਰਕੇ ਵਧਾਇਆ ਜਾ ਸਕਦਾ ਹੈ, ਪਰ ਕੰਡੀਸ਼ਨ ਇਹ ਹੈ ਕਿ ਜਦੋਂ ਨੈਸ਼ਨਲ ਐਮਰਜੈਂਸੀ ਸਮਾਪਤ ਹੋਏਗੀ ਤਾਂ ਉਸ ਤੋਂ 6 ਮਹੀਨੇ ਤੱਕ ਹੀ ਲੋਕ ਸਭਾ ਉਹ ਆਪਣਾ ਕੰਮ ਕਰ ਸਕੇਗੀ। ਠੀਕ ਹੈ ਜੀ, ਇਸੇ ਤਰ੍ਹਾਂ ਰਾਸ਼ਟਰੀ ਐਮਰਜੈਂਸੀ ਦੇ ਦੌਰਾਨ ਜਿਹੜੀ ਸੰਸਦ ਹੈ ਉਹ ਰਾਜ ਵਿਧਾਨ ਸਭਾ ਦਾ ਜਿਹੜਾ ਮਿਆਦ ਹੈ ਉਹ ਵੀ 1 ਸਾਲ ਤੱਕ ਵਧਾ ਸਕਦੀ ਹੈ। ਠੀਕ ਹੈ ਜੀ,
ਤੇ ਐਮਰਜੈਂਸੀ ਖਤਮ ਹੋਣ ਤੋਂ ਬਾਅਦ 6 ਮਹੀਨਿਆਂ ਦੇ ਵਿੱਚ ਜਿਹੜੀਆਂ ਉਹ ਅਗਲੀ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹੋਣੀਆਂ ਜ਼ਰੂਰੀ ਹੈ। ਠੀਕ ਹੈ ਜੀ, ਧਿਆਨ ਚ ਰੱਖਣਾ ਇਹ ਫੈਕਟ ਇੰਪੋਰਟੈਂਟ ਹੈ। ਹੁਣ ਇੱਥੇ ਕਲੀਅਰ ਹੋ ਗਿਆ ਵੀ ਲੋਕ ਸਭਾ ਤੇ ਰਾਜ ਸਭਾ ਦਾ ਜਿਹੜਾ ਕਾਰਜਕਾਲ ਹੈ ਇੱਕ ਸਮੇਂ ਦੇ ਵਿੱਚ 1 ਸਾਲ ਵਧਾਇਆ ਜਾ ਸਕਦਾ ਹੈ ਤੇ ਇੱਕ ਸਾਲ ਕਰਕੇ ਜਿਹੜਾ ਉਹ ਕਿੰਨੇ ਮਰਜ਼ੀ ਸਾਲ ਤੱਕ ਵਧਾਇਆ ਜਾ ਸਕਦਾ ਹੈ। ਹਾਂਜੀ, ਐਟ ਦੀ ਟਾਈਮ ਆਫ ਦੀ ਪ੍ਰੋਕਲੇਮੇਸ਼ਨਸ ਆਫ ਐਮਰਜੈਂਸੀ ਦੀ ਟਰਮ ਆਫ ਲੋਕ ਸਭਾ ਕੈਨ ਬੀ ਐਕਸਟੈਂਡਡ ਬਾਈ ਡੈਸ਼ ਈਅਰ ਐਟ ਅ ਟਾਈਮ। ਇੱਕ ਸਮੇਂ ਦੇ ਵਿੱਚ ਲੋਕ ਸਭਾ ਦਾ ਕਾਰਜਕਾਲ ਕਿੰਨਾ ਵਧਾਇਆ ਜਾ ਸਕਦਾ ਹੈ? ਇੱਕ ਸਮੇਂ ਦੇ ਵਿੱਚ 1 ਸਾਲ ਵਧਾਇਆ ਜਾ ਸਕਦਾ ਹੈ। ਠੀਕ ਹੈ ਜੀ, ਧਿਆਨ ਚ ਰੱਖਣਾ। ਦੀ ਟਰਮ ਆਫ ਅ ਸਟੇਟ ਲੈਜਿਸਲੇਟਿਵ ਅਸੈਂਬਲੀ ਕੈਨ ਬੀ ਐਕਸਟੈਂਡਡ ਡਿਊਰਿੰਗ ਦੀ ਐਮਰਜੈਂਸੀ ਬਾਈ। ਹਾਂਜੀ, ਜਿਹੜਾ ਸਟੇਟ ਰਾਜ ਵਿਧਾਨ ਸਭਾ ਹੈ ਉਹਦਾ ਜਿਹੜਾ ਸਮਾਂ ਹੈ ਕਾਰਜਕਾਲ ਹੈ ਉਹ ਵਧਾਇਆ ਜਾ ਸਕਦਾ ਹੈ 1 ਸਾਲ ਦੇ ਲਈ। ਕਿਹਦੇ ਦੁਆਰਾ ਵਧਾਇਆ ਜਾ ਸਕਦਾ ਹੈ? ਇਹ ਵਧਾਇਆ ਜਾ ਸਕਦਾ ਹੈ ਬਾਈ ਦੀ ਪਾਰਲੀਮੈਂਟ, ਸੰਸਦ ਦੁਆਰਾ। ਠੀਕ ਹੈ ਜੀ, ਧਿਆਨ ਚ ਰੱਖਣਾ ਜੀ। ਹਾਂਜੀ, ਬੁਨਿਆਦੀ ਅਧਿਕਾਰਾਂ ਤੇ ਕੀ ਪ੍ਰਭਾਵ ਪੈਂਦੇ ਆ? ਆਰਟੀਕਲ 358 ਤੇ 300 ਜਿਹੜੇ 59 ਹੈ ਉਹ ਰਾਸ਼ਟਰੀ ਐਮਰਜੈਂਸੀ ਦੇ ਵਿੱਚ ਮੌਲਿਕ ਅਧਿਕਾਰਾਂ ਤੇ ਪੈਣ ਵਾਲੇ ਪ੍ਰਭਾਵਾਂ ਦਾ ਵਰਣਨ ਕਰਦੇ ਆ। ਠੀਕ ਹੈ ਜੀ, ਆਰਟੀਕਲ 358 ਤੇ 359। ਹਾਂਜੀ, ਪਹਿਲਾਂ ਗੱਲ ਕਰਦੇ ਹਾਂ ਆਰਟੀਕਲ 358। ਆਰਟੀਕਲ ਜਦੋਂ ਨੈਸ਼ਨਲ ਐਮਰਜੈਂਸੀ ਲਾਗੂ ਹੋ ਜਾਂਦੀ ਹੈ ਤਾਂ ਆਰਟੀਕਲ 358 ਦੇ ਤਹਿਤ ਜਿਹੜੇ ਆਰਟੀਕਲ 19 ਦੇ ਤਹਿਤ ਜਿਹੜੇ ਮੌਲਿਕ ਅਧਿਕਾਰ ਹੈ ਉਹ ਸਾਰੇ ਸਸਪੈਂਡ ਹੋ ਜਾਂਦੇ ਆ। ਆਰਟੀਕਲ 19 ਦੇ ਵਿੱਚ 6 ਪ੍ਰਕਾਰ ਦੀ ਜਿਹੜੀ ਆਜ਼ਾਦੀ ਦਿੱਤੀ ਗਈ ਹੈ। ਠੀਕ ਹੈ ਜੀ, ਉਹ ਸਾਰੀ ਦੀ ਸਾਰੀ ਸਸਪੈਂਡ ਹੋ ਜਾਂਦੀ ਹੈ ਆਰਟੀਕਲ 358 ਦੇ ਤਹਿਤ। ਜਦੋਂ ਕਿ ਆਰਟੀਕਲ 359 ਦੇ ਤਹਿਤ ਹੋਰ ਜਿਹੜੇ ਮੌਲਿਕ ਅਧਿਕਾਰ ਹੈ ਉਹ ਸਾਰੇ ਸਸਪੈਂਡ ਹੋ ਜਾਂਦੇ ਆ। ਠੀਕ ਹੈ, ਆਰਟੀਕਲ 359 ਦੇ ਤਹਿਤ ਹੋਰ ਬਾਕੀ ਸਾਰੇ ਜਿਹੜੇ ਮੌਲਿਕ ਅਧਿਕਾਰ ਸਸਪੈਂਡ ਹੋ ਜਾਂਦੇ ਆ। ਸਿਰਫ ਆਰਟੀਕਲ 20 ਤੇ ਆਰਟੀਕਲ 21 ਆ ਜਿਹੜੇ ਇਹ ਕਦੇ ਸਸਪੈਂਡ ਨਹੀਂ ਹੁੰਦੇ। ਧਿਆਨ ਰੱਖਣਾ ਹੈ। ਧਾਰਾ 20 ਤੇ ਧਾਰਾ 21। ਠੀਕ ਹੈ ਜੀ, ਇਹ ਮੌਲਿਕ ਦੋ ਜਿਹੇ ਮੌਲਿਕ ਅਧਿਕਾਰ ਹੈ ਜਿਹੜੇ 352 ਆਰਟੀਕਲ ਜਦੋਂ ਲਾਗੂ ਹੁੰਦੀ ਹੈ ਨੈਸ਼ਨਲ ਐਮਰਜੈਂਸੀ ਲਾਗੂ ਹੁੰਦੀ ਹੈ ਤੇ ਇਹ ਕਦੇ ਸਸਪੈਂਡ ਨਹੀਂ ਹੁੰਦੇ। ਠੀਕ ਹੈ ਜੀ, ਬਾਕੀ ਸਾਰੇ ਦੇ ਸਾਰੀਆਂ ਜਿਹੜੀਆਂ ਆਰਟੀਕਲ ਆ ਜਿਹੜੇ ਮੌਲਿਕ ਅਧਿਕਾਰਾਂ ਦੇ ਵਿੱਚ ਦਰਜ ਹੈ। ਠੀਕ ਹੈ ਜੀ, ਆਰਟੀਕਲ 14 ਤੋਂ ਲੈ ਕੇ 32 ਤੱਕ ਉਹ ਸਾਰੇ ਸਸਪੈਂਡ ਹੋ ਜਾਂਦੇ ਆ। ਠੀਕ ਹੈ ਜੀ, ਜਿਹੜਾ 19 ਆਰਟੀਕਲ ਹੈ ਉਹਨੂੰ ਸਸਪੈਂਡ ਕਰਦਾ ਜੀ ਆਰਟੀਕਲ 359 ਤੇ ਬਾਕੀ ਸਾਰਿਆਂ ਨੂੰ ਸਸਪੈਂਡ ਕਰਦਾ ਹੈ ਆਰਟੀਕਲ 359। ਹਾਂਜੀ, ਧਾਰਾ 58 ਦੇ ਅਨੁਸਾਰ ਜਦੋਂ ਰਾਸ਼ਟਰ ਐਮਰਜੈਂਸੀ ਦੀ ਘੋਸ਼ਣਾ ਹੁੰਦੀ ਹੈ ਤਾਂ ਧਾਰਾ 19 ਦੁਆਰਾ ਪ੍ਰਦਾਨ ਕੀਤੇ ਗਏ 6 ਮੌਲਿਕ ਅਧਿਕਾਰਾਂ ਨੂੰ ਆਪਣੇ ਆਪ ਹੀ ਇਹ ਸਸਪੈਂਡ ਕਰ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਧਿਆਨ ਇਹਦੇ ਲਈ ਕੋਈ ਵੱਖਰੇ ਹੁਕਮ ਦੀ ਲੋੜ ਨਹੀਂ ਹੁੰਦੀ। ਇਹ ਧਿਆਨ ਚ ਰੱਖ ਲੈਣਾ ਜੀ। ਹਾਂਜੀ, ਧਾਰਾ 19 ਦੁਆਰਾ ਪ੍ਰਦਾਨ ਕੀਤੇ ਗਏ ਜਿਹੜਾ ਰਾਜ ਦੁਆਰਾ ਪ੍ਰਦਾਨ ਕੀਤੇ ਗਏ ਜਿਹੜੇ 6 ਮੌਲਿਕ ਅਧਿਕਾਰਾਂ ਨੂੰ ਘਟਾਉਣ ਜਾਂ ਰੱਦ ਕਰਨ ਦੇ ਲਈ ਰਾਜ ਸਰਕਾਰ ਹੈ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹ ਕਾਨੂੰਨ ਬਣਾ ਸਕਦੀ ਹੈ ਜਾਂ ਇਸ ਸੰਬੰਧ ਵਿੱਚ ਕੋਈ ਕਾਰਜਕਾਰੀ ਫੈਸਲਾ ਲੈ ਸਕਦੀ ਹੈ। ਠੀਕ ਹੈ ਜੀ, ਕਦੋਂ ਲੈ ਸਕਦੀ ਹੈ? ਜਦੋਂ ਆਰਟੀਕਲ 352 ਲਾਗੂ ਹੈ, ਐਮਰਜੈਂਸੀ ਲਾਗੂ ਹੈ। ਤਾਂ ਜਦੋਂ ਇਹ 352 ਆਰਟੀਕਲ ਲਾਗੂ ਹੈ, ਨੈਸ਼ਨਲ ਐਮਰਜੈਂਸੀ ਲਾਗੂ ਹੈ, ਤਾਂ ਜਿਹੜੀ ਸਟੇਟ ਜਾਂ ਸੈਂਟਰਲ ਗਵਰਨਮੈਂਟ ਹੈ ਉਹ ਜਿਹੜੇ 6 ਮੌਲਿਕ ਅਧਿਕਾਰ ਜਿਹੜੇ ਨਾਗਰਿਕਾਂ ਨੂੰ ਦਿੱਤੇ ਗਏ ਹੈ ਉਹਨਾਂ ਨੂੰ ਦੇ ਵਿੱਚ ਕਟੌਤੀ ਕਰ ਸਕਦੀ ਹੈ। ਤਾਂ ਇਸ ਸੰਬੰਧ ਦੇ ਵਿੱਚ ਕੋਈ ਵੀ ਚੁਣੌਤੀ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ। ਧਿਆਨ ਰੱਖਣਾ ਹੈ, ਅਦਾਲਤ ਦੇ ਵਿੱਚ ਇਹ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਕਿ ਸਾਡੇ ਜਿਹੜੇ ਮੌਲਿਕ ਅਧਿਕਾਰ ਹੈ ਆਰਟੀਕਲ 19 ਦੇ ਤਹਿਤ ਸਸਪੈਂਡ ਕਰ ਦਿੱਤੇ ਗਏ ਹੈ। ਠੀਕ ਹੈ ਜੀ, ਧਿਆਨ ਰੱਖਣਾ ਹੈ। ਜਦੋਂ ਰਾਸ਼ਟਰੀ ਐਮਰਜੈਂਸੀ ਖਤਮ ਹੋ ਜਾਵੇਗੀ ਤਾਂ ਧਾਰਾ 19 ਆਪਣੇ ਆਪ ਹੀ ਮੋੜ ਸਰਜੀਤ ਹੋ ਜਾਵੇਗੀ ਤੇ ਲਾਗੂ ਹੋ ਜਾਵੇਗੀ। ਠੀਕ ਹੈ ਜੀ, ਧਿਆਨ ਰੱਖਣਾ ਹੈ। ਇਹ ਸਸਪੈਂਡ ਵੀ ਆਪਣੇ ਆਪ ਹੀ ਹੁੰਦੀ ਹੈ ਜਦੋਂ ਨੈਸ਼ਨਲ ਐਮਰਜੈਂਸੀ ਲਾਗੂ ਹੋ ਜਾਂਦੀ ਹੈ ਤੇ ਬਹਾਲ ਵੀ ਆਪਣੇ ਆਪ ਹੋ ਜਾਂਦੀ ਹੈ ਜਦੋਂ ਨੈਸ਼ਨਲ ਐਮਰਜੈਂਸੀ ਖਤਮ ਹੋ ਜਾਂਦੀ ਹੈ। ਧਿਆਨ ਰੱਖਣਾ ਇਹਦੇ ਨਾਲ ਸੰਬੰਧਿਤ ਆਰਟੀਕਲ ਹੈ ਜਿਹੜਾ 358 ਹੈ। ਐਮਰਜੈਂਸੀ ਤੋਂ ਬਾਅਦ ਧਾਰਾ 19 ਦੇ ਉਲਟ ਬਣਿਆ ਗਿਆ ਕੋਈ ਵੀ ਕਾਨੂੰਨ ਹੈ ਉਹ ਖਤਮ ਹੋ ਜਾਂਦਾ ਹੈ। ਠੀਕ ਹੈ, ਵੀ ਧਾਰਾ 19 ਦੇ ਤਹਿਤ ਰਾਜ ਸਰਕਾਰ ਨੇ ਕੋਈ ਵੀ ਕਾਨੂੰਨ ਉਲਟ ਬਣਾਇਆ ਸੀ, ਧਾਰਾ 19 ਦੇ ਖਿਲਾਫ ਬਣਾਇਆ ਸੀ, ਉਹ ਸਾਰੇ ਖਤਮ ਹੋ ਜਾਣਗੇ। ਤੇ ਪਰ ਇੱਕ ਗੱਲ ਧਿਆਨ ਰੱਖਣੀ ਹੈ, ਐਮਰਜੈਂਸੀ ਦੇ ਵਿੱਚ ਜਿਹੜੇ ਉਲਟ ਬਣਾਏ ਗਏ ਕਾਨੂੰਨ ਜਾਂ ਫੈਸਲੇ ਆ ਉਹਦੇ ਵਿਰੁੱਧ ਕੋਈ ਵੀ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਠੀਕ ਹੈ ਜੀ, ਇਹ ਧਿਆਨ ਰੱਖਣਾ ਜੀ। ਹਾਂਜੀ, ਆਰਟੀਕਲ 358 ਤੇ 359 ਦੇ ਵਿੱਚ ਕੀ ਅੰਤਰ ਹੈ ਉੱਤੇ ਚਰਚਾ ਕਰਦੇ ਹਾਂ। ਹਾਂਜੀ, ਜਿਹੜਾ 358 ਹੈ ਇਹ ਸਿਰਫ ਆਰਟੀਕਲ 19 ਦੇ ਤਹਿਤ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਇਹਨੂੰ ਸਸਪੈਂਡ ਕਰਦਾ ਹੈ, ਇਹਨੂੰ ਮੁਅੱਤਲ ਕਰਦਾ ਹੈ, ਜਦਕਿ ਆਰਟੀਕਲ 359 ਹੈ ਇਹ ਬਾਕੀ ਸਾਰੇ ਮੌਲਿਕ ਅਧਿਕਾਰਾਂ ਨੂੰ ਸਸਪੈਂਡ ਕਰਦਾ ਹੈ। ਸਿਰਫ 20 ਤੇ 21 ਕਦੇ ਸਸਪੈਂਡ ਨਹੀਂ ਹੁੰਦੇ। ਧਿਆਨ ਰੱਖਣਾ ਜੀ। ਆਰਟੀਕਲ 358 ਹੈ ਜਿਹੜਾ ਉਹ 19 ਦੇ ਤਹਿਤ ਮੌਲਿਕ ਅਧਿਕਾਰਾਂ ਨੂੰ ਸਸਪੈਂਡ ਦੇ ਨਾਲ ਸੰਬੰਧਿਤ ਹੈ, ਜਦਕਿ 359 ਹੈ ਇਹ ਆਪਣੇ ਆਪ ਹੀ ਸਸਪੈਂਡ ਹੋ ਜਾਂਦੀ ਹੈ। ਗੱਲ ਧਿਆਨ ਰੱਖਣੀ ਹੈ, ਇਹਦੇ ਵਿੱਚ ਰਾਸ਼ਟਰਪਤੀ ਹੈ ਜਿਹੜਾ ਬਾਕੀ ਸਾਰੇ ਅਧਿਕਾਰਾਂ ਨੂੰ ਸਸਪੈਂਡ ਕਰਦਾ ਹੈ। ਠੀਕ ਹੈ, 359 ਦੇ ਤਹਿਤ ਜਿਹੜੇ ਮੌਲਿਕ ਅਧਿਕਾਰਾਂ ਨੂੰ ਸਸਪੈਂਡ ਕਰਨ ਦਾ ਲਾਗੂ ਕਰਾਉਣਾ ਜਿਹੜਾ ਉਹ ਰਾਸ਼ਟਰਪਤੀ ਜਿਹੜਾ ਹੈ ਉਹਦੇ ਅਧਿਕਾਰਾਂ ਹੇਠ ਹੁੰਦਾ। ਠੀਕ ਹੈ ਜੀ, ਧਿਆਨ ਰੱਖਣਾ। ਧਾਰਾ 358 ਸਿਰਫ ਬਾਹਰੀ ਐਮਰਜੈਂਸੀ ਦੇ ਮਾਮਲਿਆਂ ਦੇ ਵਿੱਚ ਲਾਗੂ ਹੁੰਦੀ ਹੈ, ਨਾ ਕਿ ਅੰਦਰੂਨੀ ਐਮਰਜੈਂਸੀ ਦੇ ਮਾਮਲਿਆਂ ਵਿੱਚ। ਧਿਆਨ ਰੱਖਣੀ ਹੈ ਜਿਹੜੀ ਆਰਟੀਕਲ 358 ਹੈ ਇਹਦਾ ਸੰਬੰਧ ਹੈ ਇਹ ਐਕਸਟਰਨਲ ਐਮਰਜੈਂਸੀ ਦੇ ਨਾਲ, ਜਦਕਿ ਧਾਰਾ 359 ਹੈ ਇਹ ਐਕਸਟਰਨਲ ਤੇ ਇੰਟਰਨਲ ਦੋਵਾਂ ਪ੍ਰਕਾਰ ਦੀ ਐਮਰਜੈਂਸੀ ਦੇ ਵਿੱਚ ਲਾਗੂ ਹੁੰਦੀ ਹੈ। ਠੀਕ ਹੈ ਜੀ, ਧਿਆਨ ਰੱਖਣਾ ਹੈ ਇਹਦਾ ਸੰਬੰਧ ਇੰਟਰਨਲ ਦੇ ਨਾਲ ਹੈ, ਇਹਦਾ ਇੰਟਰਨਲ ਤੇ ਐਕਸਟਰਨਲ ਦੋਹਾਂ ਦੇ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਹਾਂਜੀ, ਆਰਟੀਕਲ 358 ਜਿਹੜੀ ਹੈਗੀ ਹੈ ਇਹਦੇ ਅਧੀਨ ਆਰਟੀਕਲ 19 ਦੇ ਅਧੀਨ ਜਿਹੜੇ ਮੌਲਿਕ ਅਧਿਕਾਰ ਹੈ ਉਹ ਪੂਰੇ ਐਮਰਜੈਂਸੀ ਦੇ ਸਮੇਂ ਲਈ ਮੁਅੱਤਲ ਹੋ ਜਾਂਦੇ ਆ। ਠੀਕ ਹੈ ਜੀ, ਜਦੋਂ ਕਿ ਆਰਟੀਕਲ 359 ਰਾਸ਼ਟਰਪਤੀ ਦੁਆਰਾ ਨਿਰਧਾਰਿਤ ਸਮੇਂ ਦੇ ਲਈ ਇਹ ਮੁਅੱਤਲ ਹੁੰਦੇ ਆ, ਕਿਉਂਕਿ 359 ਹੈ ਇਸ ਨੂੰ ਲਾਗੂ ਕਰਨਾ ਰਾਸ਼ਟਰਪਤੀ ਨੇ ਹੁੰਦਾ ਤੇ ਜਿੰਨਾ ਸਮਾਂ ਪੀਰੀਅਡ ਉਸਨੇ ਨਿਰਧਾਰਿਤ ਕੀਤਾ ਉਹਨੇ ਸਮੇਂ ਪੀਰੀਅਡ ਦੇ ਲਈ ਜਿਹੜੇ ਹੈ ਮੌਲਿਕ ਅਧਿਕਾਰ ਹੈ ਜਿਹੜੇ ਉਹ ਸਸਪੈਂਡ ਹੋਣਗੇ। ਇਹ ਮਿਆਦ ਹੈ ਘੱਟ ਵੀ ਸਕਦੀ ਹੈ ਵੱਧ ਵੀ ਸਕਦੀ ਹੈ। ਹਾਂਜੀ, ਆਰਟੀਕਲ 358 ਹੈ ਪੂਰੇ ਦੇਸ਼ ਦੇ ਵਿੱਚ ਲਾਗੂ ਹੁੰਦੀ ਹੈ। ਠੀਕ ਹੈ ਜੀ, ਕਿਉਂਕਿ ਇਹ ਬਾਹਰੀ ਹਮਲਿਆਂ ਦੇ ਨਾਲ ਸੰਬੰਧਿਤ ਹੈ, ਐਕਸਟਰਨਲ ਐਮਰਜੈਂਸੀ ਦੇ ਨਾਲ ਸੰਬੰਧਿਤ ਹੈ, ਜਦਕਿ 359 ਹੈ ਇਹ ਪੂਰੇ ਦੇਸ਼ ਵਿੱਚ ਵੀ ਲਾਗੂ ਹੋ ਸਕਦੀ ਹੈ ਜਾਂ ਕਿਸੇ ਖਾਸ ਹਿੱਸੇ ਦੇ ਵਿੱਚ ਵੀ ਲਾਗੂ ਹੋ ਸਕਦੀ ਹੈ। ਠੀਕ ਹੈ ਜੀ, ਧਿਆਨ ਰੱਖਣਾ। ਹਾਂਜੀ, ਧਾਰਾ ਜਿਹੜੀ 19 ਹੈ ਇਹਦੇ ਵਿੱਚ ਪੂਰੀ ਤਰ੍ਹਾਂ ਸਸਪੈਂਡ ਹੋ ਜਾਂਦੀ ਹੈ, ਜਦਕਿ ਇਹਦੇ ਵਿੱਚ ਬਾਕੀ ਸਾਰੀਆਂ ਧਾਰਾਵਾਂ ਸਸਪੈਂਡ ਹੋ ਜਾਂਦੀਆਂ, ਆਰਟੀਕਲ 20 ਤੇ 21 ਉਹ ਸਸਪੈਂਡ ਨਹੀਂ ਹੁੰਦਾ। ਠੀਕ ਹੈ ਜੀ, ਧਿਆਨ ਰੱਖਣਾ। ਇਹ ਇੰਪੋਰਟੈਂਟ ਹੈ ਜੀ, ਬਹੁਤ ਸਾਰੇ ਸਵਾਲ ਇਹਦੇ ਤੇ ਪੁੱਛੇ ਗਏ ਆ। ਹਾਂਜੀ, ਅੰਡਰ ਵਿਚ ਆਫ ਦੀ ਫੋਲੋਇੰਗ ਆਰਟੀਕਲ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਸਸਪੈਂਡ ਦੀ ਇਨਫੋਰਸਮੈਂਟ ਆਫ ਦੀ ਫੰਡਾਮੈਂਟਲ ਰਾਈਟ। ਆਰਟੀਕਲ 20 ਤੇ 21 ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਵੀ ਮੌਲਿਕ ਅਧਿਕਾਰ ਹੈ ਉਹਨੂੰ ਸਸਪੈਂਡ ਭਾਰਤ ਦਾ ਪ੍ਰੈਜ਼ੀਡੈਂਟ ਹੈ ਉਹ ਕਿਸ ਆਰਟੀਕਲ ਦੇ ਤਹਿਤ ਕਰ ਸਕਦਾ ਹੈ? ਠੀਕ ਹੈ ਜੀ, ਉਹ ਆਰਟੀਕਲ 359 ਦੇ ਤਹਿਤ ਕਰ ਸਕਦਾ ਹੈ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ ਪ੍ਰੈਜ਼ੀਡੈਂਟ, ਜਦਕਿ 358 ਦੇ ਵਿੱਚ ਆਪਣੇ ਆਪ ਹੀ ਆਰਟੀਕਲ 59 ਸਸਪੈਂਡ ਹੁੰਦੀ ਹੈ, ਇਹਦੇ ਲਈ ਕੋਈ ਵਿਸ਼ੇਸ਼ ਘੋਸ਼ਣਾ ਦੀ ਲੋੜ ਨਹੀਂ ਹੁੰਦੀ ਪ੍ਰੈਜ਼ੀਡੈਂਟ ਦੁਆਰਾ। which article deals with the suspension of the fundamental rights granted by the article 19। ਹਾਂਜੀ, ਕਿਸ ਆਰਟੀਕਲ ਦੇ ਤਹਿਤ ਜਿਹੜੇ ਆਰਟੀਕਲ 19 ਤਹਿਤ ਦਿੱਤੇ ਗਏ ਜਿਹੜੇ ਮੌਲਿਕ ਅਧਿਕਾਰ ਹੈ ਉਹਦੀ ਗਰੰਟੀ ਸਸਪੈਂਡ ਹੋ ਜਾਂਦੀ ਹੈ, ਉਹ ਹੈ ਜੀ ਆਰਟੀਕਲ 358 ਦੇ ਤਹਿਤ। ਠੀਕ ਹੈ ਜੀ, ਧਿਆਨ ਰੱਖੋ। which of the following sentence is are correct? ਦੱਸਣਾ ਹੈ ਵੀ ਕਿਹੜੇ ਜਿਹੜੇ ਵਾਕ ਆ ਉਹ ਠੀਕ ਹੈ। ਡਿਊਰਿੰਗ ਨੈਸ਼ਨਲ ਐਮਰਜੈਂਸੀ ਲੋਕ ਸਭਾ ਲਾਈਫ ਆਫ ਲੋਕ ਸਭਾ ਮੇ ਬੀ ਐਕਸਟੈਂਡਡ ਫਾਰ 1 year at a time। ਲੋਕ ਸਭਾ ਦਾ ਜਿਹੜਾ ਲਾਈਫ ਹੈ ਕਾਰਜਕਾਲ ਹੈ ਉਹ ਇੱਕ ਸਮੇਂ ਦੇ ਲਈ 1 ਸਾਲ ਵਧਾਇਆ ਜਾ ਸਕਦਾ ਹੈ, ਇਹ ਬਿਲਕੁਲ ਰਾਈਟ ਹੈ। ਫੰਡਾਮੈਂਟਲ ਰਾਈਟਸ ਅੰਡਰ ਆਰਟੀਕਲ 19 ਕੈਨ ਬੀ ਸਸਪੈਂਡਡ ਓਨਲੀ ਵੈਨ ਦੀ ਨੈਸ਼ਨਲ ਐਮਰਜੈਂਸੀ ਇਜ਼ ਡਿਕਲੇਅਰਡ ਔਨ ਦੀ ਗਰਾਊਂਡ ਆਫ ਵਾਰ। ਕਹਿੰਦੇ ਆਰਟੀਕਲ 19 ਜਿਹੜੀ ਫੰਡਾਮੈਂਟਲ ਅਧੀਨ ਜਿਹੜੇ ਰਾਈਟ ਮਿਲੇ ਹੋਏ ਹੈ ਉਹ ਕਹਿੰਦੇ ਕੇਵਲ ਸਸਪੈਂਡ ਕੀਤੇ ਜਾ ਸਕਦੇ ਹਨ ਨੈਸ਼ਨਲ ਐਮਰਜੈਂਸੀ ਜਦੋਂ ਡਿਕਲੇਅਰ ਹੁੰਦੀ ਹੈ, ਜਦੋਂ ਯੁੱਧ ਦੇ ਬੇਸ ਤੇ। ਹਾਂਜੀ, ਆਪਾਂ ਪੜ੍ਹਿਆ ਹੋਇਆ ਜਿਹੜੀ ਆਰਟੀਕਲ ਹੈ ਉਹ 19 ਹੈ ਜਿਹੜਾ ਉਹਦੇ ਤਹਿਤ ਜਿੰਨੀਆਂ ਵੀ ਆਪਾਂ ਨੂੰ ਫੰਡਾਮੈਂਟਲ ਰਾਈਟ ਮਿਲੇ ਹੋਏ ਹੈ ਇਹਨਾਂ ਸਾਰਿਆਂ ਨੂੰ ਸਸਪੈਂਡ ਕਰਨ ਦਾ ਜਿਹੜਾ ਆਰਟੀਕਲ ਹੈ ਉਹ 358 ਹੈ।
ਤੇ 358 ਦਾ ਸੰਬੰਧ ਹੈ ਐਕਸਟਰਨਲ ਐਮਰਜੈਂਸੀ ਦੇ ਨਾਲ ਹੈ, ਯਾਨੀ ਕਿ ਯੁੱਧ ਦੇ ਜਾਂ ਵਾਰ ਦੇ ਨਾਲ ਸੰਬੰਧਿਤ ਹੈ। ਇਹ ਵੀ ਬਿਲਕੁਲ ਰਾਈਟ ਹੈ ਜੀ, ਠੀਕ ਹੈ ਜੀ। ਇਹਦਾ ਆਨਸਰ ਬਣ ਜਾਏਗਾ ਬੋਥ 1 ਐਂਡ 2 ਆਰ ਰਾਈਟ। Which one among the following pairs of articles relating to the fundamental rights cannot be suspended during the enforcement of emergency under Article 359 of the Indian Constitution? हाँ जी, आर्टिकल 359 ਜਿਹੜਾ ਭਾਰਤ ਸੰਵਿਧਾਨ ਦਾ ਆਰਟੀਕਲ ਹੈ, ਉਹਦੇ ਤਹਿਤ ਦੱਸਣਾ ਇਹਨਾਂ ਵਿੱਚੋਂ ਕਿਹੜੇ ਫੰਡਾਮੈਂਟਲ ਰਾਈਟਸ ਹੈ, ਕਿਹੜੇ ਆਰਟੀਕਲ ਦੇ ਅਧੀਨ ਹੈ ਜਿਹੜੇ ਸਸਪੈਂਡ ਨਹੀਂ ਹੁੰਦੇ। ਉਹ ਹੈ ਜੀ ਆਰਟੀਕਲ 20 ਤੇ 21 ਦੇ ਤਹਿਤ ਜਿਹੜੇ ਮੌਲਿਕ ਅਧਿਕਾਰ ਆ ਉਹ ਸਸਪੈਂਡ ਨਹੀਂ ਹੁੰਦੇ। हाँ जी, ਤਿੰਨ ਕਿਸਮ ਦੀ ਜਿਹੜੀ ਐਮਰਜੈਂਸੀ ਹੈ ਹੁਣ ਤੱਕ ਜਿਹੜੀ ਉਹਦੀ ਘੋਸ਼ਣਾ ਹੋਈ ਹੈ ਨੈਸ਼ਨਲ ਐਮਰਜੈਂਸੀ ਦੀ। ਇੱਕ 1962 ਦੇ ਵਿੱਚ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਹੋਈ ਹੈ, 1971 ਤੇ 1975। ਜਿਹੜੀ ਪਹਿਲੀ ਰਾਸ਼ਟਰੀ ਐਮਰਜੈਂਸੀ ਹੈ ਅਕਤੂਬਰ 1962 ਦੇ ਵਿੱਚ, ਠੀਕ ਹੈ, ਇਹਦੀ ਘੋਸ਼ਣਾ ਕੀਤੀ ਗਈ ਸੀ। ਤੇ ਨੇਫਾ ਦਾ ਫੁੱਲ ਫਾਰਮ ਹੈ ਨਾਰਥ ਈਸਟ ਫਰੰਟੀਅਰ ਏਜੰਸੀ, ਜਿਹਨੂੰ ਕਿ ਅੱਜ ਕੱਲ੍ਹ ਅਰੁਣਾਚਲ ਪ੍ਰਦੇਸ਼ ਕਿਹਾ ਜਾਂਦਾ ਹੈ। ਉੱਤੇ ਚੀਨ ਦਾ ਜਿਹੜਾ ਹਮਲਾ ਹੋ ਗਿਆ ਸੀ, ਉਹਦੇ ਕਰਕੇ ਪਹਿਲੀ ਜਿਹੜੀ ਐਮਰਜੈਂਸੀ ਘੋਸ਼ਣਾ ਅਕਤੂਬਰ 1992 ਦੇ ਵਿੱਚ ਇਹ ਘੋਸ਼ਣਾ ਕੀਤੀ ਗਈ ਸੀ ਤੇ ਜਨਵਰੀ 1968 ਦੇ ਵਿੱਚ ਤੱਕ ਇਹ ਚੱਲੀ ਸੀਗੀ, ਠੀਕ ਹੈ ਜੀ, ਧਿਆਨ ਰੱਖਣਾ ਹੈ। ਤੇ ਇਸ ਲਈ ਪਾਕਿਸਤਾਨ ਦੇ ਵਿਰੁੱਧ 1965 ਦੀ ਜੰਗ ਦੇ ਲਈ ਨਵੀਂ ਐਮਰਜੈਂਸੀ ਦੀ ਘੋਸ਼ਣਾ ਦੀ ਲੋੜ ਮਹਿਸੂਸ ਨਹੀਂ ਹੋਈ, ਕਿਉਂਕਿ ਜਿਹੜੀ ਐਮਰਜੈਂਸੀ 1962 ਤੋਂ 1968 ਦੇ ਵਿੱਚ ਚੱਲੀ ਉਹਦੇ ਵਿੱਚ ਹੀ ਪਾਕਿਸਤਾਨ ਨੇ ਅਟੈਕ ਕੀਤਾ ਸੀ। ਇਸ ਕਰਕੇ ਨਵੀਂ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਦੀ ਲੋੜ ਮਹਿਸੂਸ ਨਹੀਂ ਹੋਈ, ਠੀਕ ਹੈ ਜੀ। ਇਹ ਬਾਹਰੀ ਹਮਲੇ ਦੇ ਕਾਰਨ ਐਮਰਜੈਂਸੀ ਹੋਈ ਸੀ, ਧਿਆਨ ਰੱਖਣਾ ਹੈ। ਜਿਹੜੀ ਦੂਸਰੀ ਐਮਰਜੈਂਸੀ ਦੀ ਘੋਸ਼ਣਾ ਦਸੰਬਰ 1971 ਦੇ ਵਿੱਚ ਪਾਕਿਸਤਾਨ ਨੇ ਹਮਲੇ ਤੋਂ ਬਾਅਦ ਜਾਰੀ ਕੀਤੀ ਗਈ ਸੀ, ਠੀਕ ਹੈ ਜੀ। ਦੂਸਰੀ ਹੈ ਇਹ ਵੀ ਬਾਹਰੀ ਹਮਲੇ ਦੇ ਕਾਰਨ ਹੋਈ ਸੀ, ਪਾਕਿਸਤਾਨ ਦੇ ਹਮਲੇ ਨਾਲ ਹੋਈ ਸੀ। ਪਹਿਲੀ ਬਾੜ ਦੇ ਵਿੱਚ ਹੋਈ ਸੀਗੀ ਚੀਨ ਦੇ ਹਮਲੇ ਕਰਕੇ। ਤੇ ਜਿਹੜੀ ਤੀਸਰੀ ਹੈ ਜੂਨ 1975 ਦੇ ਵਿੱਚ, ਠੀਕ ਹੈ ਜੀ, ਇਹ ਤੀਜੀ ਐਮਰਜੈਂਸੀ ਲਾਗੂ ਕੀਤੀ ਗਈ ਸੀ। ਇਹ ਜਿਹੜੀ ਤੀਜੀ ਐਮਰਜੈਂਸੀ ਹੈ ਇਹ ਇੰਟਰਨਲ ਡਿਸਟਰਬੈਂਸ, ਉਸ ਸਮੇਂ ਇੰਟਰਨਲ ਡਿਸਟਰਬੈਂਸ ਵਰਡ ਯੂਜ਼ ਕੀਤਾ ਜਾਂਦਾ ਸੀ, ਅੱਜ ਆਰਮਡ ਰਿਬੇਲੀਅਨ ਸ਼ਬਦ ਵਰਤਿਆ ਜਾਂਦਾ ਹੈ, ਠੀਕ ਹੈ। ਇੰਟਰਨਲ ਡਿਸਟਰਬੈਂਸ ਕਰਕੇ ਜਿਹੜੀ ਹੈਗੀ ਇੰਦਰਾ ਗਾਂਧੀ ਨੇ ਤੀਸਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ, ਜਿਹਨੂੰ ਆਪਾਂ ਅੰਦਰੂਨੀ ਐਮਰਜੈਂਸੀ ਕਹਾਂਗੇ ਤੀਸਰੀ ਨੂੰ। ਤੇ ਦੂਸਰੀ ਤੇ ਤੀਸਰੀ ਦੋਨੋਂ ਐਮਰਜੈਂਸੀਆਂ ਦੀਆਂ ਜਿਹੜੀਆਂ ਘੋਸ਼ਣਾਵਾਂ ਹੈ ਉਹ 1977 ਦੇ ਵਿੱਚ ਖਤਮ ਕਰ ਦਿੱਤੀਆਂ ਗਈਆਂ ਸੀ। ਧਿਆਨ ਰੱਖਣਾ ਹੈ, ਪਹਿਲੀ ਐਮਰਜੈਂਸੀ 1962 ਦੇ ਵਿੱਚ ਘੋਸ਼ਣਾ ਕੀਤੀ ਗਈ, ਦੂਸਰੀ ਦੀ ਜਿਹੜੀ ਹੈਗੀ 1971 ਦੇ ਵਿੱਚ, ਫਿਰ ਤੀਸਰੀ ਦੀ 1975 ਦੇ ਵਿੱਚ, ਠੀਕ ਹੈ ਜੀ। ਪਹਿਲੀ 62 ਵਾਲੀ 1968 ਦੇ ਵਿੱਚ ਵਾਪਸ ਲਈ ਗਈ ਸੀ, 71 ਤੇ 75 ਵਾਲੀ ਜਿਹੜੀ ਦੋਨੋਂ 1970 ਦੇ ਵਿੱਚ ਉਹ ਵਾਪਸ ਲਈ, ਠੀਕ ਹੈ ਜੀ, ਧਿਆਨ ਰੱਖਣਾ ਜੀ। ਪਹਿਲੀ ਦੋ ਐਮਰਜੈਂਸੀ ਦੀ ਜਿਹੜੀ ਘੋਸ਼ਣਾ ਹੈ 1962 ਤੇ 71 ਦੇ ਵਿੱਚ ਜਿਹੜੀ ਹੋਈ ਹੈ ਉਹ ਬਾਹਰੀ ਹਮਲੇ ਦੇ ਆਧਾਰ ਸੀਗੀ, ਠੀਕ ਹੈ ਜੀ। 62 ਵਾਲੀ ਚਾਈਨਾ ਦੇ, 71 ਵਾਲੀ ਪਾਕਿਸਤਾਨ ਦੇ ਹਮਲੇ ਦੇ ਆਧਾਰ ਸੀ। ਤੇ ਜਿਹੜੀ ਤੀਸਰੀ ਐਮਰਜੈਂਸੀ ਹੈ ਉਹ ਅੰਦਰੂਨੀ ਗੜਬੜ ਦੇ ਆਧਾਰ ਸੀ, ਇੰਟਰਨਲ ਡਿਸਟਰਬੈਂਸ ਦੇ ਆਧਾਰ ਸੀ। 1975 ਦੇ ਵਿੱਚ ਐਲਾਨੀ ਗਈ ਜਿਹੜੀ ਐਮਰਜੈਂਸੀ ਹੈ, ਜਿਹਨੂੰ ਆਪਾਂ ਅੰਦਰੂਨੀ ਐਮਰਜੈਂਸੀ ਕਹਿ ਸਕਦੇ ਹਾਂ, ਉਹ ਸਭ ਤੋਂ ਜ਼ਿਆਦਾ ਜਿਹੜੀ ਵਿਵਾਦਪੂਰਨ ਸਾਬਤ ਹੋਈ। ਇਹ ਐਮਰਜੈਂਸੀ ਦੌਰਾਨ ਅਧਿਕਾਰਾਂ ਦੀ ਦੁਰਵਰਤੋਂ ਦਾ ਵਿਆਪਕ ਵਿਰੋਧ ਹੋਇਆ, ਠੀਕ ਹੈ ਜੀ। ਇਸ ਐਮਰਜੈਂਸੀ ਦਾ ਸਭ ਤੋਂ ਜ਼ਿਆਦਾ ਵਿਰੋਧ ਹੋਇਆ ਸੀ। ਐਮਰਜੈਂਸੀ ਤੋਂ ਬਾਅਦ 1977 ਦੇ ਵਿੱਚ ਲੋਕ ਸਭਾ ਦੇ ਵਿੱਚ ਚੋਣਾਂ ਹੋਈਆਂ, ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਹਾਰ ਹੋਈ ਤੇ ਜਨਤਾ ਦਲ ਹੋਂਦ ਵਿੱਚ ਆਇਆ, ਠੀਕ ਹੈ ਜੀ, ਧਿਆਨ ਰੱਖਣੇ ਸਾਰੇ ਫੈਕਟ। ਇਸ ਸਰਕਾਰ ਵੱਲੋਂ 1975 ਦੇ ਵਿੱਚ ਐਲਾਨੀ ਗਈ ਐਮਰਜੈਂਸੀ ਦੇ ਕਾਰਨਾਂ ਦੇ ਹਾਲਾਤਾਂ ਦਾ ਪਤਾ ਲਗਾਉਣ ਦੇ ਲਈ ਸ਼ਾਹ ਕਮਿਸ਼ਨ ਦਾ ਗਠਨ ਕੀਤਾ ਗਿਆ ਤੇ ਇਸ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ 1975 ਦੇ ਵਿੱਚ ਜਿਹੜੀ ਇੰਟਰਨਲ ਡਿਸਟਰਬੈਂਸ ਦੇ ਆਧਾਰ ਤੇ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ ਉਸ ਨੂੰ ਨਜਾਇਜ਼ ਠਹਿਰਾਇਆ। ਤੇ ਉਸ ਤੋਂ ਬਾਅਦ ਜਨਤਾ ਦਲ ਦੀ ਸਰਕਾਰ ਨੇ 44ਵੀਂ ਸੋਧ 1978 ਦੇ ਵਿੱਚ, ਠੀਕ ਹੈ ਜੀ, ਬਹੁਤ ਸਾਰੀਆਂ ਸੋਧਾਂ ਕੀਤੀਆਂ ਤੇ ਐਮਰਜੈਂਸੀ ਅਧਿਕਾਰਾਂ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਬਹੁਤ ਸਾਰੇ ਉਪਾਅ ਕੀਤੇ, ਜਿਹੜੇ ਕਿ ਆਪਾਂ ਪਿੱਛੇ ਪੜ੍ਹ ਕੇ ਗਏ ਹਾਂ। 44ਵੀਂ ਸੋਧ 1978 ਦੇ ਤਹਿਤ ਜਿਹੜੀਆਂ ਪ੍ਰੋਵੀਜ਼ਨ ਕੀਤੀਆਂ ਗਈਆਂ, ਸਭ ਤੋਂ ਮੇਨ ਪ੍ਰੋਵੀਜ਼ਨ ਕੀਤੀ ਗਈ ਸੀ ਬਈ ਜਿਹੜਾ ਰਾਸ਼ਟਰਪਤੀ ਹੈ ਉਹ ਲਿਖਤੀ ਸਹਿਮਤੀ ਤੇ ਕੈਬਨਿਟ ਦੀ ਤੇ, ਠੀਕ ਹੈ ਜੀ, ਤੇ ਜਿਹੜੀ ਹੈਗੀ ਹੈ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਕਰੇਗਾ, ਜਦਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਹੈ ਜਿਹੜਾ ਉਹ ਰਾਸ਼ਟਰਪਤੀ ਐਮਰਜੈਂਸੀ ਨੈਸ਼ਨਲ ਦੀ ਘੋਸ਼ਣਾ ਕਰਦਾ ਸੀਗਾ, ਠੀਕ ਹੈ ਜੀ। ਇਹ ਸਾਰਾ ਧਿਆਨ ਰੱਖਣਾ ਜੀ। ਸੈਂਕੜਾ ਪ੍ਰੋਕਲੇਮੇਸ਼ਨ ਆਫ ਨੈਸ਼ਨਲ ਐਮਰਜੈਂਸੀ ਅੰਡਰ ਆਰਟੀਕਲ 352 ਮੇਡ ਔਨ ਦੀ ਗਰਾਊਂਡ ਆਫ ਐਕਸਟਰਨਲ ਵਾਰ। ਹਾਂਜੀ, ਦੂਸਰੀ ਐਮਰਜੈਂਸੀ ਜਿਹੜੀ ਘੋਸ਼ਣਾ ਕੀਤੀ ਗਈ ਸੀ ਆਰਟੀਕਲ 352 ਦੇ ਤਹਿਤ, ਉਹ ਬਾਹਰੀ ਹਮਲੇ ਦੇ ਤਹਿਤ ਕੀਤੀ ਗਈ ਸੀ। ਦੱਸਣਾ ਕਦੋਂ ਕੀਤੀ ਗਈ ਸੀ? 1971 ਦੇ ਵਿੱਚ ਕੀਤੀ ਗਈ ਸੀ। ਹਾਂਜੀ, ਥਰਡ ਪ੍ਰੋਕਲੇਮੇਸ਼ਨ ਆਫ ਨੈਸ਼ਨਲ ਐਮਰਜੈਂਸੀ ਅੰਡਰ ਆਰਟੀਕਲ 352 ਵਾਜ਼ ਮੇਡ ਔਨ ਦੀ ਗਰਾਊਂਡ ਆਫ ਇੰਟਰਨਲ ਡਿਸਟਰਬੈਂਸ। ਹਾਂਜੀ, 352 ਆਰਟੀਕਲ ਦੇ ਤਹਿਤ ਜਿਹੜੀ ਰਾਸ਼ਟਰੀ ਆਪਾਤਕਾਲ ਦੀ ਜਿਹੜੀ ਤੀਜੀ ਘੋਸ਼ਣਾ ਕੀਤੀ ਗਈ ਸੀ ਉਹ ਇੰਟਰਨਲ ਡਿਸਟਰਬੈਂਸ ਦੇ ਆਧਾਰ ਤੇ ਕੀਤੀ ਗਈ ਸੀ। ਹਾਂਜੀ, ਇਹ ਦੱਸਣਾ ਹੈ ਵੀ ਇਹ ਘੋਸ਼ਣਾ ਕਦੋਂ ਕੀਤੀ ਗਈ ਸੀ। ਇਸ ਦੀ ਘੋਸ਼ਣਾ ਕੀਤੀ ਗਈ ਸੀ 1977 ਦੇ ਵਿੱਚ, ਠੀਕ ਹੈ ਜੀ, 1975 ਵਿੱਚ, ਸੋਰੀ, ਧਿਆਨ ਰੱਖਣਾ ਹੈ। ਹਾਂਜੀ, ਦੀ ਫਰਸਟ ਪ੍ਰੋਕਲੇਮੇਸ਼ਨ ਆਫ ਨੈਸ਼ਨਲ ਐਮਰਜੈਂਸੀ ਅੰਡਰ ਆਰਟੀਕਲ 352 ਵਾਜ਼ ਮੇਡ ਔਨ ਗਰਾਊਂਡ ਆਫ ਐਕਸਟਰਨਲ ਐਗਰੈਸ਼ਨ ਇਨ ਐਮਰਜੈਂਸੀ ਪ੍ਰੋਵੀਜ਼ਨ, ਠੀਕ ਹੈ ਜੀ। ਹਾਂਜੀ, ਪਹਿਲੀ ਦੀ ਗੱਲ ਹੋ ਰਹੀ ਹੈ, ਪਹਿਲੀ ਕਦੋਂ ਕੀਤੀ ਗਈ ਸੀ? ਚੀਨ ਦਾ ਹਮਲਾ ਹੋਇਆ ਸੀ 1962 ਦੇ ਵਿੱਚ, ਇਹਦੀ ਘੋਸ਼ਣਾ ਕੀਤੀ ਗਈ ਸੀ, ਠੀਕ ਹੈ ਜੀ, ਇਹ ਧਿਆਨ ਰੱਖਣਾ ਜੀ। ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।